ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬੇ ਕਮਾਲ बारगाहे इनायत के मालिक कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी इनायतमयी श्री चरण कमलों च विराजमान गुरु प्यारी साध संगत गुरुदेव जी दी महान इनायत दा सदका साडे सारियां दे सिर ते मेहरमतमई रखे हत्थ दा सदका जीवन दा अज दा दिन भी प्राप्त होया और इस नवे दिन दी जो नवे जन्म समान है शाम अजीज़ुल नवाज गनीमुल खराज पातशाह श्री गुरु गोबिंद सिंह साहिब जी दे मुबारक चरण कमलों की खाक दे नाम करना नसीब होया। सतगुरु जी दी मेहर सदका सोदर चौंकी दे कीर्तन रहरास आरती अरदास ते फिर सदाए खास हुक्मनामे आपने झोली च पवाए हैं। हा हा रब राख ले हम ते कसू न होए मेरे स्वामी कर किरपा अपना नाम दे हो। कुछ समा होर मेरियां पीरियां दे दाते श्री गुरु हरगोबिंद साहिब जी महाराज जी दियां पावन जीवन गाथावां अमृत जीवन कथड़ियां जिन्हां राहीं सरवण करके साडा हिरदा पावन हो सकता है और जीवन अमृतमयी हो सकता है। गुरु इतिहास विचार राहीं गुरु दीदार की प्राप्ति होवे इसलिए छोटी जही ध्यान साधना दोहां हत्थां नूं हिरदे दे सामने जोड़ो नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया है। गुरुदेव जी दे शब्द रूपी कदमां नूं गल वकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक सरवण करदियां इतना आपने प्रेम सहित सरवण किया कि मेरियां पीरियां दे दाते गुरु हरगोबिंद साहिब जी महाराज भाई जोध राय दे नगर विच टिके हुए हैं जिसका नाम कांगड़पुर है। चरण पाए ने परिवार ने चरण पकड़े बेनतियां कीतियां महाराज सच्चे पातशाह भल के जिवें आप जी ने आग्या की है प्रस्थान करना है तो साडा तुहाडे बिना जीवना नहीं हो सकता। और रह ना सका बिन देखे प्रीतमा मैं नीर वह छले जियो। आप कांगड़पुर नगर दी
ਸੀਮਾ ਤੋਂ ਪਾਰ ਹੋਵੋਗੇ ਉਸ ਤੋਂ ਪਹਿਲਾਂ ਹੀ ਸਾਡੇ ਪ੍ਰਾਣ ਬਿਨਸ ਜਾਣਗੇ, ਕਿਉਂਕਿ ਸਾਡੇ ਜੀਵਨ ਦਾਤੇ ਤੁਸੀਂ ਹੋ। ਮਹਾਰਾਜ, ਸਾਡਾ ਸਵਾਸ ਪ੍ਰਾਣ ਵਾਯੂ ਨਾਲ ਨਹੀਂ ਚੱਲਦਾ, ਆਕਸੀਜਨ ਨਾਲ ਨਹੀਂ ਚੱਲਦਾ। ਸਾਡਾ ਸਵਾਸ ਤੁਹਾਡੇ ਦੀਦਾਰ ਨਾਲ ਚੱਲਦਾ ਹੈ। ਜਿਉਂ ਮਛਲੀ ਬਿਨ ਪਾਣੀ ਹੈ, ਕਿਉਂ ਜੀਵਨ ਪਾਵੈ। ਬੂੰਦ ਵਿਹੂਣਾ ਚਾਤਰ ਕੋ, ਕਿਉਂ ਕਰ ਤ੍ਰਿਪਤਾਵੈ। ਪਵਰ ਲੋਭੀ ਕੁਸਮ ਬਾਸ ਕਾ, ਮਿਲ ਆਪ ਬੰਧਾਵੈ। ਤਿਉਂ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਇਸ ਲਈ ਮਹਾਰਾਜ ਆਪ ਇੱਥੇ ਹੀ ਨਿਵਾਸ ਕਰੋ, ਤੇ ਜੇ ਰਜ਼ਾ ਆਪ ਜੀ ਦੀ ਹੈ, ਆਪ ਨੇ ਪ੍ਰਸਥਾਨ ਕਰਨਾ ਹੈ, ਤੇ ਫਿਰ ਸਾਨੂੰ ਨਾਲ ਹੀ ਲੈ ਕੇ ਚੱਲੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਤੁਸੀਂ ਸਾਡਾ ਬਚਨ ਮੰਨੋ, ਇੱਥੇ ਹੀ ਰਹੋ। ਅਸੀਂ ਲੋਕ ਪਰਲੋਕ ਤੁਹਾਡੇ ਨਾਲ ਹਾਂ, ਤੁਹਾਡੇ ਸਹਾਈ ਹਾਂ, ਤੁਸੀਂ ਸਾਡੇ ਤੋਂ ਦੂਰ ਨਹੀਂ। ਜਦ ਲੋੜ ਹੋਵੇਗੀ, ਕੋਈ ਜੰਗ ਯੁੱਧ ਦਾ ਸਮਾਂ ਜਾਂ ਇਸ ਤਰ੍ਹਾਂ ਦਾ ਸਮਾਂ ਮਹਿਸੂਸ ਕਰਾਂਗੇ, ਤੁਹਾਨੂੰ ਬੁਲਾ ਲਵਾਂਗੇ। ਪਰ ਹੁਣ ਤੁਸੀਂ ਇੱਥੇ ਆਪਣੀ ਪ੍ਰਜਾ ਨੂੰ ਸੁਖ ਦੇਵੋ, ਆਪਣਾ ਸਾਰਾ ਸਿਲਸਿਲਾ ਸੰਭਾਲੋ, ਆਪਣੇ ਘਰ ਵਿੱਚ ਵਸੋ। ਇਸ ਤਰ੍ਹਾਂ ਦੇ ਬਚਨ ਹੋਏ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਰਾਤ ਨੂੰ ਆਰਾਮ ਕੀਤਾ, ਤੇ ਪਹਿਰ ਰਾਤ ਰਹਿੰਦਿਆਂ ਸਤਿਗੁਰੂ ਜਾਗ ਪਏ। ਮਹਾਰਾਜ ਜੀ ਨੇ ਅੰਮ੍ਰਿਤ ਵੇਲਾ ਸਿੱਖ ਦੀ ਝੋਲੀ 'ਚ ਪਾਇਆ, ਪਰ ਸਮਝ ਕੇ ਪਾਇਆ ਹੈ ਕਿ ਅੰਮ੍ਰਿਤ ਵੇਲਾ ਹੈ ਕੀ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹਰ ਅੰਮ੍ਰਿਤ ਵੇਲੇ ਵਤੈ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾਹੀਂ। ਤੁਹਾਨੂੰ ਬਾਜ਼ਾਰ ਵਿੱਚ ਖੇਤੀਆਂ ਦਾ, ਹੋਰ ਵਸਤੂਆਂ ਦਾ, ਸਬਜ਼ੀਆਂ ਦਾ ਬੀਜ ਮਿਲ ਜਾਏਗਾ, ਪਰ ਜ਼ਰੂਰੀ ਨਹੀਂ ਕਿ ਬੀਜ ਵੇਚਣ ਵਾਲੇ ਵਪਾਰੀ ਨੇ ਕਦੀ ਬੀਜ ਬੀਜਿਆ ਵੀ ਹੋਵੇ। ਉਹ ਪੈਕਟ ਬੰਦ ਆਉਂਦੇ ਨੇ, ਅੱਗੇ ਵੇਚ ਦਿੰਦਾ। ਪਰ ਇੱਥੇ ਇਸ ਤਰ੍ਹਾਂ ਨਹੀਂ ਬਈ ਸਿਰਫ ਪੜ੍ਹ ਕੇ ਅੰਮ੍ਰਿਤ ਵੇਲਾ ਸੁਣਾ ਦਿੱਤਾ। ਸਤਿਗੁਰੂ ਆਪ ਵੱਡੇ ਅੰਮ੍ਰਿਤ ਵੇਲੇ ਜਾਗਦੇ ਨੇ, ਕਿ ਉਹਨਾਂ ਨੂੰ ਸਮਝ ਹੈ ਬਈ ਅੰਮ੍ਰਿਤ ਵੇਲਾ ਪਰਮਾਤਮਾ ਨੇ ਰੋਜ਼ ਮਨੁੱਖ ਦੀ ਝੋਲੀ 'ਚ ਇਸ ਲਈ ਪਾਇਆ ਕਿ ਤੇਰੀ ਜ਼ਿੰਦਗੀ 'ਚੋਂ, ਤੇਰੇ ਜੀਵਨ 'ਚੋਂ ਹਰ ਤਰ੍ਹਾਂ ਦਾ ਜ਼ਹਿਰ ਨਿਕਲ ਜਾਏ, ਤੇ ਤੇਰੀ ਜ਼ਿੰਦਗੀ ਅੰਮ੍ਰਿਤਮਈ ਹੋ ਜਾਏ। ਰੋਗ ਮੁੱਕ ਜਾਣ ਤਨ ਦੇ, ਸੋਗ ਮੁੱਕ ਜਾਣ ਮਨ ਦੇ, ਜ਼ਹਿਰ ਮੁੱਕ ਜਾਏ ਈਰਖਾ ਵੈਰ ਵਿਰੋਧ, ਵਾਸਨਾ ਕ੍ਰੋਧ ਦਾ, ਤੇ ਜੀਵਨ ਅੰਮ੍ਰਿਤਮਈ ਹੋ ਜਾਏ। ਇਸ ਲਈ ਬਿਨਾਂ ਕੋਈ ਮੁੱਲ ਲਿਆ, ਬਿਨਾਂ ਕੋਈ ਭੇਟਾ ਲਿਆ, ਪਰਮਾਤਮਾ ਨੇ ਅੰਮ੍ਰਿਤ ਵੇਲਾ ਸਭ ਦੀ ਝੋਲੀ 'ਚ ਪਾਇਆ। ਪਸ਼ੂ ਪੰਛੀ ਵੀ ਅੰਮ੍ਰਿਤ ਵੇਲੇ ਸੌਂ ਕੇ ਨਹੀਂ ਗੁਜ਼ਾਰਦੇ, ਪਰ ਅਸੀਂ ਮਨੁੱਖ ਲੋਕ ਹਾਂ ਜੋ ਅੰਮ੍ਰਿਤ ਵੇਲਾ ਸੌਂ ਕੇ ਗੁਜ਼ਾਰਦੇ ਹਾਂ। ਵਨਸਪਤੀ ਵੀ ਸਵੇਰੇ ਜਾਗ ਜਾਂਦੀ ਹੈ, ਰਾਤ ਨੂੰ ਉਸ ਦੀਆਂ ਪੱਤੀਆਂ ਸਿकुड़ ਜਾਂਦੀਆਂ ਨੇ, ਇਕੱਠੀਆਂ ਹੋ ਜਾਂਦੀਆਂ ਨੇ, ਔਰ ਸਵੇਰੇ ਫਿਰ ਉਹ ਜਾਗ ਜਾਂਦੀਆਂ। ਉਹਨਾਂ ਦੇ ਅੰਦਰ ਇੱਕ ਬਾਇਓਵਾਚ, ਇੱਕ ਆਪਣੀ ਘੜੀ ਚੱਲਦੀ ਹੈ, ਜਿਹੜੀ ਉਹਨਾਂ ਨੂੰ ਦੱਸਦੀ ਹੈ ਬਈ ਹੁਣ ਸਵੇਰ ਹੋ ਗਈ ਹੈ ਤੇ ਜਾਗਣਾ। ਪੰਛੀ ਜਾਗ ਜਾਂਦੇ ਨੇ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ, ਪਰ ਮਨੁੱਖ ਸੁੱਤਾ ਹੀ ਰਹਿ ਜਾਂਦਾ। ਵਡਭਾਗੀਆਂ ਦੀ ਝੋਲੀ ਵਿੱਚ ਅੰਮ੍ਰਿਤ ਵੇਲਾ ਪੈਂਦਾ ਹੈ। ਸਤਿਗੁਰੂ ਪਾਤਸ਼ਾਹ ਆਪ ਜਾਗਦੇ ਰਹੇ। ਤਿਆਰ ਪਏ ਸ੍ਰੀ ਸਤਿਗੁਰੂ, ਚੱਲ ਪਹੁੰਚੇ ਤਿਸ ਕਾਲ। ਪਹਿਲੇ ਅੰਮ੍ਰਿਤ ਵੇਲੇ ਜਾਗੇ ਨੇ, ਸੋਚ ਸਨਾਨ ਸੋ ਧਿਆਨ ਕਰ, ਬਸਤਰ ਸ਼ਸਤਰ ਕੋ ਪਾਏ। ਸਰੀਰਕ ਕਿਰਿਆ ਸਾਧ ਕੇ, ਇਸ਼ਨਾਨ ਕਰਕੇ, ਬਸਤਰ ਸੋਹਣੇ ਤੇ ਸ਼ਸਤਰ ਸਜਾ ਕੇ, ਤਿਆਰ ਅਰੂੜਨ ਕੋ ਭਏ। ਸ੍ਰੀ ਸਤਿਗੁਰ ਸੁਖ ਦਾਏ, ਤਮਾਮ ਸੁੱਖਾਂ ਦੇ ਦਾਤੇ।
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਾਂਗੜਪੁਰ ਤੋਂ ਸ੍ਰੀ ਕਰਤਾਰਪੁਰ ਸਾਹਿਬ ਜਲੰਧਰ ਪਹੁੰਚਣ ਲਈ ਤਿਆਰ ਹੋ ਗਏ ਨੇ। ਤਿਆਰ ਪਏ, ਸ੍ਰੀ ਸਤਿਗੁਰ ਚੱਲ ਪਹੁੰਚੇ ਤਿਸ ਕਾਲ। ਜਦੋਂ ਮਹਾਰਾਜ ਤਿਆਰ ਹੋ ਗਏ ਸਨ, ਬਸਤਰ ਸ਼ਸਤਰ ਪਾ ਰਹੇ ਸਨ, ਅੰਦਰ ਤਿਆਰੀ ਕਰ ਰਹੇ ਸਨ, ਉਸ ਵੇਲੇ ਦੋ ਮਹਾਨ ਵਿਭੂਤੀਆਂ ਪਰ ਬ੍ਰਹਮ ਪਰਮੇਸ਼ਵਰ ਵਿੱਚ ਲੀਨ ਹਿਰਦੇ ਗੁਰੂ ਕੇ ਅਨੰਨ ਸਿੱਖ ਸੇਵਕ, ਜਿਨ੍ਹਾਂ ਨੂੰ ਮਹਾਰਾਜ ਨੇ ਬਹੁਤ ਵਡਿਆਈਆਂ ਦਿੱਤੀਆਂ ਤੇ ਵੱਡਾ ਘਰ ਕਹਿ ਕੇ ਮਹਾਰਾਜ ਉਹਨਾਂ ਦਾ ਸਨਮਾਨ ਕਰਦੇ ਰਹੇ, ਉਹਨਾਂ ਨਾਲ ਪੱਤਰਾਚਾਰ ਖਤੋ ਖਿਤਾਬਤ ਕਰਦੇ ਰਹੇ, ਹੁਕਮਨਾਮੇ ਭੇਜਦੇ ਰਹੇ। ਉਹ ਦੋ ਮਹਾਨ ਗੁਰਸਿੱਖ ਪਿਤਾ ਪੁੱਤਰ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ, ਉਹਨਾਂ ਨੂੰ ਵੀ ਪਤਾ ਸੀ ਵੀ ਅੱਜ ਮਹਾਰਾਜ ਨੇ ਬਚਨ ਕੀਤਾ ਹੈ ਵੀ ਪ੍ਰਸਥਾਨ ਕਰਨਾ, ਮਾਲਵੇ ਤੋਂ ਦੁਆਬੇ ਵੱਲ ਪ੍ਰਸਥਾਨ ਕਰਨਾ ਹੈ। ਇਸ ਲਈ ਅਸੀਂ ਦਰਸ਼ਨ ਕਰ ਆਈਏ ਮਹਾਰਾਜ ਦੇ, ਅਸੀਸਾਂ ਲੈ ਆਈਏ। ਉਹ ਮਹਾਰਾਜ ਜੀ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਪਹੁੰਚ ਗਏ ਸਨ। ਮਹਾਰਾਜ ਜੀ ਦੇ ਘਰ ਸੰਗਤ ਦੂਰ ਦਰਾਜ਼ ਤੋਂ ਚੱਲ ਕੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚਦੀ ਹੈ। ਸਵੇਰੇ 3:30 ਵਜੇ ਅੱਜ ਕੱਲ੍ਹ ਕਿਵਾੜ ਖੁੱਲ੍ਹ ਜਾਂਦੇ ਨੇ ਅਤੇ ਕਈ ਸੰਗਤਾਂ ਤੇ ਮੈਂ ਅਰਜ਼ ਕਰਾਂ ਫਿਰ 9 ਵਜੇ ਪਹੁੰਚਦੀਆਂ ਨੇ। ਸੁੱਤੇ ਹੀ ਰਹਿਣਾ ਸਾਧ ਸੰਗਤ, ਫਿਰ ਆਉਣ ਦਾ ਪੂਰਾ ਲਾਭ ਕਿਵੇਂ ਮਿਲੇ? ਇੱਥੇ ਕੋਈ ਹੋਰ ਕੰਮ ਕਰਨ ਤਾਂ ਆਪਾਂ ਆਏ ਨਹੀਂ, ਆਏ ਤਾਂ ਮਹਾਰਾਜ ਦੇ ਦਰਸ਼ਨ ਕਰਨ, ਆਏ ਤਾਂ ਮਹਾਰਾਜ ਦੀ ਅਸੀਸ ਲੈਣ, ਆਏ ਤਾਂ ਮਹਾਰਾਜ ਕੋਲੋਂ ਝੋਲੀਆਂ ਭਰਵਾਉਣ। ਹਾਂ, ਅਤੇ ਫਿਰ ਇਸ ਤਰ੍ਹਾਂ ਆਉਂਦੇ ਨੇ, ਜਦੋਂ TV ਚੈਨਲ ਚੱਲ ਪੈਣ ਨਾ, ਲੱਗਦਾ ਦਰਸ਼ਨ ਕਰਨ ਨਹੀਂ ਆਏ, ਦਰਸ਼ਨ ਦੇਣ ਆਏ। ਇਹ ਮਹਾਰਾਜ ਜੀ ਦੇ ਦੋ ਅਨੰਨ ਸੇਵਕ ਭਾਈ ਸਾਧੂ ਜੀ ਤੇ ਭਾਈ ਰੂਪਾ ਜੀ, ਇਹ ਮਹਾਰਾਜ ਜੀ ਦੇ ਤਿਆਰ ਹੋਣ ਤੋਂ ਪਹਿਲਾਂ ਹੀ ਆ ਕੇ ਬਾਹਰ ਖੜ੍ਹੇ ਹੋ ਗਏ ਵੀ ਮਹਾਰਾਜ ਬਸਤਰ ਸ਼ਸਤਰ ਪਾ ਕੇ ਤਿਆਰ ਹੋ ਕੇ ਬਾਹਰ ਆਉਣਗੇ ਅਤੇ ਸਭ ਤੋਂ ਪਹਿਲਾਂ ਦੀਦਾਰ ਸਾਨੂੰ ਪ੍ਰਾਪਤ ਹੋਵੇਗਾ। ਬੜਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ ਹੈ, ਤਿਆਰ ਪਏ ਸ੍ਰੀ ਸਤਿਗੁਰੂ ਚੱਲ ਪਹੁੰਚੇ ਤਿਸ ਕਾਲ। ਉਸ ਸਮੇਂ ਚੱਲ ਕੇ ਪਹੁੰਚ ਗਏ ਹਨ ਜਦ ਮਹਾਰਾਜ ਜੀ ਤਿਆਰ ਹੋ ਰਹੇ ਨੇ। ਕੌਣ ਤਿਆਰ ਹੋਣ ਤੋਂ ਪਹਿਲਾਂ ਪਹੁੰਚ ਗਏ ਨੇ, ਉਹਨਾਂ ਦੇ ਨਾਮ ਦਾ ਖੁਲਾਸਾ ਭਾਈ ਸਾਹਿਬ ਜੀ ਕਰਦੇ ਨੇ। ਸਰਵਣ ਕਰੀਏ ਪੇਸ਼ਤਰ ਆਪਣੀ ਰਸਨਾ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਵਾਉਂਦਿਆਂ ਹੋਇਆਂ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਵਾਰੀ ਫਿਰ ਸਾਰੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ। ਤਿਆਰ ਪਏ ਸ੍ਰੀ ਸਤਿਗੁਰੂ ਚੱਲ ਪਹੁੰਚੇ ਤਿਸ ਕਾਲ। ਇਹ ਦੋਹਰਾ ਸੰਦਾਬੰਦੀ ਦਾ ਇੱਕ ਬਹੁਤ ਸੋਹਣਾ ਪਦ ਹੈ, ਜਿਸ ਦੀਆਂ 24 ਮਾਤਰਾ ਹੁੰਦੀਆਂ, ਔਰ ਇਸ ਤਰ੍ਹਾਂ ਦੇ ਨਾਲ ਪਹਿਲੀਆਂ 12 ਤੇ ਇਸ ਦਾ ਵਿਸਰਾਮ ਹੁੰਦਾ ਹੈ। ਬਹੁਤ ਸੋਹਣਾ ਉਚਾਰਨ, ਬਹੁਤ ਹੀ ਸਤਿਕਾਰਯੋਗ ਸ਼ਖਸੀਅਤ, ਗੁਰੂ ਸਾਹਿਬ ਜੀ ਦਾ ਨਿਵਾਜਿਆ ਹੋਇਆ ਹਿਰਦਾ, ਸ਼੍ਰੀਮਾਨ ਸਿੰਘ ਸਾਹਿਬ ਸੀਨੀਅਰ ਮੀਤ ਗ੍ਰੰਥੀ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਗਿਆਨੀ ਦਲੀਪ ਸਿੰਘ ਜੀ ਕਰਦੇ ਹਨ। ਬਹੁਤ ਸੋਹਣਾ ਉਚਾਰਨ, ਮਨ ਖੁਸ਼ ਹੋ ਜਾਂਦਾ ਹੈ ਜਦ ਕੋਈ ਇਸ ਤਰ੍ਹਾਂ ਨਾਲ ਉਚਾਰਨ ਕਰਦਾ ਹੈ। ਸਤਿਗੁਰੂ ਹੋਰ ਜ਼ਿਆਦਾ ਉਹਨਾਂ 'ਤੇ ਦਇਆ ਕਰਕੇ ਸੰਦਾਬੰਦੀ ਦਾ ਗਿਆਨ ਬਖਸ਼ਦੇ ਨੇ, ਜੋ ਚੰਗੀ ਤਰ੍ਹਾਂ ਮਿਹਨਤ ਕਰਕੇ ਪੜ੍ਹਦੇ। ਤਿਆਰ ਪਏ ਸ੍ਰੀ ਸਤਿਗੁਰੂ ਚੱਲ ਪਹੁੰਚੇ ਤਿਸ ਕਾਲ। ਮਹਿਮਾ ਦੇ ਮਾਲਕ ਗੁਰੂ ਪਾਤਸ਼ਾਹ, ਸ੍ਰੀ ਦਾ ਮਤਲਬ ਹੈ ਸਰਵ ਸਤਿਕਾਰਯੋਗ, ਸਭ ਤੋਂ ਵੱਧ ਜਿਨ੍ਹਾਂ ਦਾ ਸਤਿਕਾਰ ਹੈ, ਜੋ ਸੱਚੇ ਗੁਰੂ ਹਨ, ਉਹ ਤਿਆਰ ਹੋਏ ਹਨ। ਅਤੇ ਉਸ ਵੇਲੇ ਇਹ ਦੋ ਮਹਾਨ ਵਿਭੂਤੀਆਂ
ਆ ਪਹੁੰਚੇ ਹਨ। ਹਾਂਜੀ। ਸਾਧੂ ਰੂਪਾ ਦੌਨ ਮਿਲ ਬੰਦਤ ਪ੍ਰੇਮ ਵਿਸਾਲ। ਭਾਈ ਸਾਧੂ ਜੀ ਤੇ ਭਾਈ ਰੂਪਾ ਜੀ, ਇਹਨਾਂ ਬਾਰੇ ਸਾਧ ਸੰਗਤ ਕੋਈ ਜਾਣਕਾਰੀ ਛੁਪੀ ਹੋਈ ਨਹੀਂ। ਬਹੁਤ ਨਿਵਾਜਿਆ ਹੋਇਆ ਪਰਿਵਾਰ ਮਹਾਰਾਜ ਜੀ ਦਾ। ਸਤਿਗੁਰੂ ਪਾਤਸ਼ਾਹ ਜੀ ਦੇ ਘਰ ਵਿੱਚ ਕੋਈ ਵੀ ਸਮਾਗਮ ਹੋਵੇ ਜਿਸ ਵਿੱਚ ਸੰਗਤਾਂ ਨੂੰ ਬੁਲਾਇਆ ਜਾਣਾ, ਸਭ ਤੋਂ ਪਹਿਲੀ ਪੱਤਰਕਾ ਮਹਾਰਾਜ ਇਹਨਾਂ ਨੂੰ ਲਿਖਦੇ ਸਨ। ਇੱਥੇ ਤਖਤ ਪਟਨਾ ਸਾਹਿਬ ਵੀ ਉਹਨਾਂ ਦੇ ਪਰਿਵਾਰ ਦੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਬੂਟਾ ਸਿੰਘ ਜੀ, ਬਾਬਾ ਬੂਟਾ ਸਿੰਘ ਜੀ, ਉਹਨਾਂ ਦੇ ਭਰਾਤਾ ਨੇ ਬਾਬਾ ਬਲਵੀਰ ਸਿੰਘ ਜੀ, ਇਹ ਬਹੁਤ ਵੱਡੀਆਂ ਜਾਗੀਰਾਂ ਜ਼ਮੀਨਾਂ ਦੇ ਮਾਲਕ ਨੇ। ਔਰ ਜਦੋਂ ਵੀ ਵੱਡੇ ਸਮਾਗਮ ਹੁੰਦੇ ਨੇ, ਲੰਗਰਾਂ ਦੀ ਸੇਵਾ ਇਹ ਸਾਰੀ ਕਰਦੇ। ਹੋਲਾ ਮਹੱਲਾ ਤੇ ਲੰਗਰਾਂ ਦੀ ਸੇਵਾ, ਮੇਨ ਜਿਹੜੇ ਲੰਗਰ ਨੇ ਉਹ ਇੱਥੇ ਇਹਨਾਂ ਦੀ ਸੇਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਪਿਛਲੇ ਪਾਸੇ। ਹੋਰ ਬਹੁਤ ਸਾਰੇ ਮਹਾਂਪੁਰਖ ਸੇਵਾਵਾਂ ਕਰਦੇ ਨੇ। ਸੰਤ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਮਹਾਂਪੁਰਖ, ਉਹ ਵੀ ਵੱਡੀਆਂ ਸੇਵਾਵਾਂ ਲੰਗਰਾਂ ਦੀਆਂ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਵੱਡੇ ਪੱਧਰ 'ਤੇ ਲੰਗਰਾਂ ਦਾ, ਸੇਵਾਵਾਂ ਦਾ, ਆਉਣ ਜਾਣ ਦੇ ਪ੍ਰਬੰਧ ਦਾ, ਸੰਗਤਾਂ ਦੇ ਠਹਿਰਾਓ ਦਾ ਔਰ ਕੀਰਤਨੀ ਜਥੇ ਬੁਲਾਉਣ ਦਾ, ਸਨਮਾਨਣ ਦਾ ਬਹੁਤ ਵੱਡਾ ਪ੍ਰਬੰਧ ਹੁੰਦਾ। ਮੇਨ ਲੰਗਰ ਜਿਹੜਾ ਹੈ ਕੇਸਗੜ੍ਹ ਸਾਹਿਬ ਦੇ ਪਿਛਲੇ ਪਾਸੇ, ਉਹ ਅੱਜ ਵੀ ਇਸੇ ਹੀ ਪਰਿਵਾਰ ਨੂੰ ਸੇਵਾ ਮਿਲਦੀ। ਮਹਾਰਾਜ ਜੀ ਦੀਆਂ ਬਹੁਤ ਬਖਸ਼ਿਸ਼ਾਂ ਨਿਸ਼ਾਨੀਆਂ ਇਹਨਾਂ ਦੇ ਘਰ ਮਹਾਰਾਜ ਨੇ ਆਪ ਰਖਵਾਈਆਂ ਹੋਈਆਂ। ਤਖਤ ਪਟਨਾ ਸਾਹਿਬ ਵੀ ਇਹ ਦਰਸ਼ਨਾਂ ਲਈ ਆਉਂਦੇ ਹਨ। ਗੁਰਪੁਰਬਾਂ ਦੇ ਸਮੇਂ ਮਹਾਰਾਜ ਜੀ ਦੀਆਂ ਖੜਾਵਾਂ ਹੋਰ ਬਖਸ਼ਿਸ਼ਾਂ ਲੈ ਕੇ ਦਰਸ਼ਨ ਦੀਦਾਰ ਕਰਾਉਂਦੇ ਹਨ ਤੇ ਬੜੇ ਰੰਗੇ ਹੋਏ ਹਿਰਦਿਆਂ ਦੇ ਮਾਲਕ। ਇਹ ਦੋਵੇਂ ਪਿਤਾ ਪੁੱਤਰ ਮਹਾਰਾਜ ਜੀ ਦੇ ਦਰਸ਼ਨਾਂ ਲਈ ਆ ਪਹੁੰਚੇ ਤੇ ਦੋਵਾਂ ਨੇ ਮੱਥਾ ਟੇਕਿਆ ਤੇ ਬਹੁਤ ਵਿਸ਼ਾਲ ਪ੍ਰੇਮ ਪ੍ਰਗਟ ਕੀਤਾ। ਦੋਵਾਂ ਦੇ ਨੇਤਰਾਂ 'ਚੋਂ ਜਲ ਧਾਰਾ ਜਾ ਰਹੀ ਹੈ ਤੇ ਮਨ ਵਿੱਚ ਭਾਵ ਇਹ ਹੈ ਵੀ ਸਤਿਗੁਰੂ ਹੁਣ ਮਾਲਵੇ ਤੋਂ ਪ੍ਰਸਥਾਨ ਕਰ ਰਹੇ ਨੇ। ਲਾਗੇ ਲਾਗੇ ਤਾਂ ਰੋਜ਼ ਦਰਸ਼ਨ ਕਰਦੇ ਰਹੇ ਹਾਂ, ਪਰ ਹੁਣ ਦੂਰ ਪ੍ਰਸਥਾਨ ਕਰ ਰਹੇ ਹਨ। ਸ੍ਰੀ ਕਰਤਾਰਪੁਰ ਸਾਹਿਬ ਰਵਾਨਗੀ ਲੈ ਰਹੇ ਹਨ। ਸਵਈਆ ਛੰਦ ਹਮਕੋ ਹੁਕਮ ਹੈ ਕਿਸ ਬਿਦ ਕੋ। ਮਹਾਰਾਜ ਜੀ ਦੇ ਚਰਨਾਂ ਤੇ ਸਿਰ ਰੱਖਿਆ ਤੇ ਕਿਹਾ, ਸੱਚੇ ਪਾਤਸ਼ਾਹ ਸਾਨੂੰ ਹੁਣ ਕੀ ਹੁਕਮ ਹੈ, ਅਸੀਂ ਕਿਵੇਂ ਕਰੀਏ। ਸਾਡਾ ਮਨ ਕਰਦਾ ਅਸੀਂ ਆਪ ਜੀ ਦੇ ਨਾਲ ਖੰਡਾ ਸਜਾ ਕੇ, ਕਿਰਪਾਨ ਸਜਾ ਕੇ, ਧਨੁਸ਼ ਬਾਣ ਲੈ ਕੇ, ਜਿਵੇਂ ਭਾਈ ਜੋਧ ਰਾਏ ਜੀ ਨੇ ਜੰਗ ਵਿੱਚ ਹਿੱਸਾ ਲਿਆ, ਅਸੀਂ ਵੀ ਜੰਗ ਵਿੱਚ ਹਿੱਸਾ ਲਈਏ। ਇੱਕ ਇੱਕ ਬਚਨ ਧਿਆਨ ਨਾਲ ਸੁਣਨਾ। ਮਹਾਰਾਜ ਨੇ ਸਭ ਸਿੱਖਾਂ ਦੀ ਸੇਵਾ ਅਲੱਗ ਅਲੱਗ ਲਗਾਈ, ਇੱਕੋ ਜਿਹੀ ਨਹੀਂ ਲਗਾਈ ਹੋਈ। ਇੱਥੇ ਹੀ ਆਪ ਦੇਖ ਲਓ, ਕੀਰਤਨੀ ਜਥਿਆਂ ਦੀ ਕੀਰਤਨ ਦੀ ਸੇਵਾ ਹੈ, ਕਿਸੇ ਦੀ ਮਹਾਰਾਜ ਦੇ ਸ਼ਸਤਰ ਦਰਸ਼ਨ ਕਰਾਉਣ ਦੀ ਸੇਵਾ ਹੈ, ਕਿਸੇ ਨੂੰ ਪ੍ਰਕਾਸ਼ ਕਰਨ ਦੀ ਸੇਵਾ ਬਖਸ਼ੀ ਹੋਈ ਹੈ, ਕੋਈ ਕਥਾ ਕਰਦਾ ਹੈ ਔਰ ਕੋਈ ਬਾਹਰ ਬਰਛਾ ਲੈ ਕੇ ਮਹਾਰਾਜ ਦੇ ਦਰਵਾਜ਼ੇ ਦੀ ਦਰਬਾਨੀ ਕਰਦਾ। ਘੱਟ ਕੋਈ ਨਹੀਂ, ਸਭ ਦੀ ਸੇਵਾ ਮਹਾਰਾਜ ਨੇ ਆਪ ਲਾਈ ਹੋਈ ਹੈ। ਕੋਈ ਪ੍ਰਬੰਧ ਕਰਦਾ ਪਿਆ, ਵੱਖ-ਵੱਖ ਡਿਊਟੀਆਂ ਲਾਈਆਂ ਹੋਈਆਂ ਨੇ। ਇਹ ਗੁਰੂ ਨੂੰ ਪਤਾ ਹੈ ਵੀ ਕਿਸ ਨੂੰ ਕਿਹੜੀ ਸੇਵਾ ਦੇਣੀ, ਹੋਰ ਕਿਸੇ ਨੂੰ ਨਹੀਂ ਪਤਾ ਤੇ ਹੋਰ ਕਿਸੇ ਦੇ ਵੱਸ ਦੀ ਵੀ ਗੱਲ ਨਹੀਂ ਹੈ। ਸਾਰੀ ਕਲਾ ਸਤਿਗੁਰੂ ਆਪ ਵਰਤਾਉਂਦੇ। ਇਸ ਲਈ ਇਹਨਾਂ ਦੋਵਾਂ ਨੇ ਮਹਾਰਾਜ ਕੋਲੋਂ ਹੁਕਮ ਪੁੱਛਿਆ, ਹਮਕੋ ਹੁਕਮ ਹੈ ਕਿਸ ਬਿਦ ਕੋ। ਮਹਾਰਾਜ ਸਾਡਾ ਤਾਂ ਮਨ ਕਰਦਾ ਅਸੀਂ ਤੁਹਾਡੇ ਨਾਲ ਖੰਡਾ ਪਕੜ ਕੇ ਜੰਗ ਵਿੱਚ ਜੂਝੀਏ। ਯੋਧੇ ਸਨ, ਸੂਰਬੀਰ ਸਨ, ਕੋਈ ਘੱਟ ਨਹੀਂ ਸਨ। ਤੇ ਆਪ ਮਹਾਰਾਜ ਜੀ ਦੀ ਕੀ ਆਗਿਆ ਹੈ। ਮਹਾਰਾਜ ਅਬ ਦੇਹੋ ਸੁਨਾਏ। ਇਹ ਮਹਾਰਾਜਿਆਂ ਦੇ ਮਹਾਰਾਜੇ ਗੁਰੂ ਹਰਗੋਬਿੰਦ ਸਾਹਿਬ ਜੀਓ ਸਾਨੂੰ ਆਗਿਆ ਕਰੋ।
ਇਜਾਜ਼ਤ ਦੇਵੋ। ਹਾਂਜੀ, ਦਰਸ਼ਨ ਕੀ ਔਰ ਅਧਿਕ ਲਾਲਸਾ। ਮਹਾਰਾਜ ਸੱਚੇ ਪਾਤਸ਼ਾਹ ਹੋਰ ਕੋਈ ਇੱਛਾ ਨਹੀਂ ਹੈ, ਤੁਸੀਂ ਸਭ ਕੁਝ ਦਿੱਤਾ ਹੈ ਤੇ ਕਿਰਪਾ ਕਰੋ ਨਾਲ ਅਸੀਂ ਵੀ ਤੁਹਾਡੇ ਚੱਲੀਏ ਤੇ ਰੋਜ਼ ਦਰਸ਼ਨ ਹੁੰਦਾ ਰਹੇ, ਦਰਸ਼ਨ ਦੀ ਲਾਲਸਾ ਹੈ। ਜਥਾ ਕਮਲ ਬਾਂਛਤ ਦਿਨ ਰਾਏ। ਸਾਡਾ ਹਿਰਦਾ ਇਸ ਤਰ੍ਹਾਂ ਆਪ ਜੀ ਦੇ ਦਰਸ਼ਨ ਦੀ ਚਾਹਤ ਰੱਖਦਾ ਹੈ ਜਿਵੇਂ ਕਮਲ ਸੂਰਜ ਦੇ ਚੜ੍ਹਦਿਆਂ ਖਿਲ ਜਾਂਦਾ ਹੈ। ਦਿਨ ਰਾਏ, ਦਿਨ ਰਾਏ ਤੋਂ ਮਤਲਬ ਹੈ ਦਿਨ ਦਾ ਰਾਜਾ, ਜਿਸ ਨਾਲ ਦਿਨ ਹੁੰਦਾ ਹੈ, ਭਾਵ ਸੂਰਜ। ਸੂਰਜ ਦੀਆਂ ਕਿਰਨਾਂ ਪੈਂਦੀਆਂ ਨੇ ਤੇ ਕਮਲ ਖਿਲਦਾ ਨਹੀਂ ਤੇ ਮੁਰਝਾਇਆ ਰਹਿੰਦਾ। ਇਸ ਤਰ੍ਹਾਂ ਮਹਾਰਾਜ ਆਪ ਜੀ ਦੀ ਮਿਹਰ ਦੀ ਨਜ਼ਰ ਸਾਡੇ ਪਾਵਨ ਤਨ ਤੇ ਬਰਸਦੀ ਹੈ ਤੇ ਸਾਡਾ ਖੇੜਾ ਬਣਦਾ ਹੈ। ਅਸੀਂ ਆਪ ਦੇ ਦਰਸ਼ਨ ਬਿਨਾਂ ਮੁਰਝਾਏ ਰਹਿੰਦੇ ਹਾਂ। ਕਰੇ ਨਿਹਾਲ ਦੀਨ ਵਡਿਆਈ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਬਹੁਤ ਵਡਿਆਈਆਂ ਦਿੱਤੀਆਂ ਹਨ, ਨਿਹਾਲ ਕੀਤਾ ਹੋਇਆ ਹੈ। ਜੁਗਲੋ ਕਨ ਕੇ ਬਨੇ ਸਹਾਏ। ਨਾਲੇ ਆਪ ਜੀ ਸਾਡੇ ਦੋਹਾਂ ਲੋਕਾਂ ਦੇ, ਦੋਹਾਂ ਜਹਾਨਾਂ ਦੇ ਸਹਾਇਕ ਵੀ ਹੋ। ਇੱਥੇ ਉੱਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ। ਆਪ ਸਾਡੇ ਦੋਹਾਂ ਦੇਸ਼ਾਂ, ਦੋਹਾਂ ਲੋਕਾਂ ਦੇ ਰਖਵਾਲੇ ਵੀ, ਪਤ ਰੱਖਣ ਵਾਲੇ ਵੀ ਹੋ ਤੇ ਬਹੁਤ ਵਡਿਆਈਆਂ ਬਖਸ਼ੀਆਂ ਹਨ। ਹੁਣ ਬਸ ਦੀਦਾਰ ਦੀ ਲਾਲਸਾ ਹੈ। ਰਾਵਰ ਕੇ ਮਾਨਿੰਦ ਕਿਰਪਾਲ ਨਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਵਰਗਾ ਤਾਂ ਕਿਰਪਾ ਕਰਨ ਵਾਲਾ ਹੋਰ ਕੋਈ ਹੈ ਹੀ ਨਹੀਂ। ਕੋਈ ਆਪ ਜੀ ਜੈਸੀ ਬਖਸ਼ਿਸ਼ ਕਰ ਹੀ ਨਹੀਂ ਸਕਦਾ। ਰਜ ਕਨ ਤੇ ਸਮ ਮੇਰੂ ਬਨਾਏ। ਆਪ ਜੀ ਦੇ ਚਰਨ ਕਮਲਾਂ ਦੀ ਧੂੜ ਦਾ ਇੱਕ ਕਿਣਕਾ ਹੀ ਜਿਹਨੂੰ ਸੋ ਜਾਂਦਾ ਹੈ ਨਾ, ਤੇ ਉਹ ਇੱਕ ਕਿਣਕੇ ਵਰਗੇ ਨੂੰ ਤੁਸੀਂ ਸੁਮੇਰ ਪਰਬਤ ਵਰਗਾ ਬਣਾ ਦਿੰਦੇ ਹੋ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਬਚਨ ਆਖਿਆ ਹੈ, ਗੁਰੂ ਚਰਨਾਂ ਦੀ ਧੂੜ ਦੀ ਵਡਿਆਈ। ਫਰਮਾਨ ਕਰਦੇ ਨੇ, ਮੁਸ਼ਤੇ ਖਾਕੇ ਦਰਗਾਹ ਕੀਮੀਆਂ ਗਰ ਮੈਂ ਕੁਨਦ, ਹਰ ਗਦਾਰਾ ਸ਼ਹਿਨਸ਼ਾਹੀ ਹਫਤ ਕਿਸ਼ਵਰ ਮੈਂ ਕੁਨਦ। ਸੱਚੇ ਪਾਤਸ਼ਾਹ ਜਿਸ ਨੂੰ ਤੁਹਾਡੇ ਚਰਨ ਕਮਲਾਂ ਦੀ ਇੱਕ ਮੁੱਠੀ ਖਾਕ ਮਿਲ ਜਾਏ, ਬਸ ਫਿਰ ਇਸ ਵਿੱਚ ਸ਼ੱਕ ਨਹੀਂ ਰਹਿ ਜਾਂਦਾ ਕਿ ਉਸ ਨੂੰ ਸਾਰੇ ਸੰਸਾਰ ਦੀ ਬਾਦਸ਼ਾਹੀ ਦਾ ਤਾਜ ਮਿਲ ਜਾਂਦਾ। ਹਫਤ ਕਹਿੰਦੇ ਨੇ ਸੱਤਾਂ ਨੂੰ, ਕਿਸ਼ਵਰੇ ਜਿਹੜੇ ਲੋਕ ਨੇ, ਜਿਹੜੇ ਸਪਤ ਦੀਪ ਹਨ, ਸਾਰੀ ਧਰਤੀ ਦਾ ਰਾਜ ਉਹਨਾਂ ਨੂੰ ਮਿਲ ਜਾਂਦਾ ਹੈ ਜਿਨ੍ਹਾਂ ਨੂੰ ਤੇਰੇ ਚਰਨਾਂ ਦੀ ਖਾਕ ਇੱਕ ਮੁਸ਼ਤ ਪ੍ਰਾਪਤ ਹੋ ਜਾਂਦੀ। ਮਹਾਰਾਜ ਸੱਚੇ ਪਾਤਸ਼ਾਹ ਆਪ ਵਰਗਾ ਤਾਂ ਕਿਰਪਾਲੂ ਹੀ ਕੋਈ ਨਹੀਂ। ਮਾਮੂਲੀ ਜੇ ਧੂੜ ਦੇ ਕਣ ਵਰਗੇ, ਕਿਣਕੇ ਵਰਗੇ ਬੰਦਿਆਂ ਨੂੰ ਆਪਣੀ ਚਰਨ ਰਾਜ ਦੇ ਕੇ ਤੇ ਸੁਮੇਰ ਪਰਬਤ ਵਾਂਗੂ ਉੱਚਾ ਸੁੱਚਾ ਵੱਡਾ ਵਡਿਆਈਆਂ ਵਾਲਾ ਬਣਾ ਦਿੰਦੇ ਹੋ। ਕਹਿਓ ਗੁਰੂ ਤੁਮ ਕਰੋ ਦੇਗ ਕੋ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਇਆ, ਭਾਈ ਸਾਧੂ ਭਾਈ ਰੂਪਾ, ਅਸੀਂ ਤੁਹਾਡੀ ਸੇਵਾ ਲੰਗਰ ਦੀ ਲਾਈ ਹੋਈ। ਇਹਨਾਂ ਨੂੰ ਲੰਗਰਾਂ ਵਾਲੇ ਵੀ ਕਹਿੰਦੇ, ਕਿਉਂਕਿ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪ ਲੰਗਰਾਂ ਦਾ ਕੜਛਾ ਇਹਨਾਂ ਨੂੰ ਬਖਸ਼ਿਆ ਸੀ। ਲੰਗਰ ਬਣਾਉਣ ਵਾਲਾ ਕੜਛਾ ਜਿਸ ਨਾਲ ਦਾਲ ਆਦਿਕ ਭਾਜੇ ਆਦਿਕ ਬਣਦੇ ਨੇ, ਉਹ ਇਸ ਪਰਿਵਾਰ ਨੇ ਹਾਲੇ ਵੀ ਸਾਂਭ ਕੇ ਰੱਖਿਆ ਹੋਇਆ। ਉਹ ਕਿਤੇ ਦੂਰ ਨਹੀਂ ਕੀਤਾ ਆਪਣੇ ਨਾਲੋਂ, ਬੜਾ ਚੰਗੀ ਤਰ੍ਹਾਂ ਨਾਲ ਸੰਭਾਲ ਕੇ ਰੱਖਿਆ ਹੋਇਆ। ਬੜੀਆਂ ਬੇਸ਼ਕੀਮਤੀ ਮਹਾਰਾਜ ਦੀਆਂ ਨਿਸ਼ਾਨੀਆਂ ਬਖਸ਼ਿਸ਼ ਰੂਪ ਵਿੱਚ ਅੱਜ ਵੀ ਇਸ ਪਰਿਵਾਰ ਦੇ ਕੋਲ ਮੌਜੂਦ ਨੇ। ਮਹਾਰਾਜ ਕਹਿਣ ਲੱਗੇ, ਤੁਸੀਂ ਦੇਗ ਬਣਾਓ। ਕਹਿਓ ਗੁਰੂ ਤੁਮ ਕਰੋ ਦੇਗ ਕੋ, ਤੁਸੀਂ ਦੇਗ ਵਰਤਾਇਆ ਕਰੋ, ਭਾਵ ਲੰਗਰ ਬਣਾਇਆ ਕਰੋ। ਸਭ ਕੋ ਦੇਹੋ ਅਸਨ ਬਰਤਾਏ। ਜੋ ਵੀ ਤੁਹਾਡੇ ਕੋਲ ਆਵੇ, ਹਿੰਦੂ ਆਵੇ, ਮੁਸਲਿਮ ਆਵੇ, ਆਪਣਾ ਆਵੇ, ਬੇਗਾਨਾ ਆਵੇ, ਸੱਜਣ ਆਵੇ, ਵੈਰੀ ਆਵੇ, ਕੋਈ ਵੀ ਆਵੇ, ਸਾਰਿਆਂ ਨੂੰ ਸਾਡਾ ਰੂਪ ਸਮਝ ਕੇ ਵਰਤਾਉਣਾ। ਲੰਗਰ ਵਰਤਾਉਣ ਦੀ ਮਰਿਆਦਾ ਇਹੀ ਹੈ ਬਈ ਭਾਵੇਂ ਕੋਈ ਆਵੇ, ਉਸ ਨੂੰ ਵਿਅਕਤੀ ਰੂਪ ਸਮਝ ਕੇ ਨਹੀਂ, ਉਸ ਨੂੰ ਗੁਰੂ ਰੂਪ ਸਮਝ ਕੇ
ਤੇ ਫਿਰ ਲੰਗਰ ਛਕਾਉਣਾ। ਤੇ ਫਿਰ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਪਈਆਂ ਨਾ ਬਈ ਪ੍ਰਸ਼ਾਦੇ ਤਾਂ ਜੀ ਸੜੇ ਹੋਏ ਰਹਿ ਜਾਂਦੇ ਨੇ ਜਾਂ ਕੱਚੇ ਹੀ ਰਹਿ ਜਾਂਦੇ ਨੇ, ਆਲੂ ਵੱਡੇ ਵੱਡੇ ਕਈ ਬਿਨਾਂ ਚੀਰੇ ਹੀ ਠਾਹ ਪੈ ਜਾਂਦੇ ਨੇ, ਇਹਦਾ ਮਤਲਬ ਹੈ ਤਿਆਰ ਕਰਨ ਵਾਲੇ ਇਹ ਖਿਆਲ ਨਹੀਂ ਰੱਖਦੇ ਬਈ ਇਹ ਲੰਗਰ ਗੁਰੂ ਨੇ ਛਕਣਾ ਹੈ। ਕਿਤੇ ਨਮਕ ਜ਼ਿਆਦਾ, ਕਿਤੇ ਮਿਰਚਾਂ ਜ਼ਿਆਦਾ, ਤੇ ਕਿਤੇ ਕੁਝ ਵੀ ਨਹੀਂ। ਇਹ ਤਾਂ ਹੁੰਦਾ ਹੈ ਤਿਆਰ ਕਰਨ ਵਾਲੇ ਦੇ ਮਨ ਵਿੱਚ ਇਹ ਖਿਆਲ ਨਹੀਂ ਰਹਿੰਦਾ ਕਿ ਲੰਗਰ ਕਿਸੇ ਬੰਦੇ ਵਾਸਤੇ ਨਹੀਂ, ਗੁਰੂ ਵਾਸਤੇ। ਤੇ ਫਿਰ ਜਦ ਇਸ ਤਰ੍ਹਾਂ ਬਣੇਗਾ ਫਿਰ ਆਪੇ ਹੀ ਰਸਕ ਹੋ ਜਾਏਗਾ, ਫਿਰ ਆਪੇ ਹੀ ਸਵਾਦ ਹੋ ਜਾਏਗਾ। ਜਦ ਇਹ ਭਾਵਨਾ ਹੋਵੇ ਭਈ ਲੰਗਰ ਗੁਰੂ ਵਾਸਤੇ ਬਣਾਉਣਾ ਹੈ, ਤਿਆਰ ਕਰਨਾ, ਤੇ ਜੇ ਮਨ ਵਿੱਚ ਭਾਵਨਾ ਕੋਈ ਹੋਰ ਹੀ ਹੋਵੇ ਬਈ ਜੇ ਘਿਓ ਮਣ ਪਾਉਣਾ ਹੈ ਤੇ 20 ਕਿਲੋ ਬਚਾ ਲੈਣਾ ਵਿੱਚੋਂ, ਫਿਰ ਗੱਲ ਹੋਰ, ਫਿਰ ਗੱਲ ਕਹੀ ਨਹੀਂ ਜਾ ਸਕਦੀ। ਚਾਵਲ ਮਿੱਠੇ ਤਿਆਰ ਕਰਨੇ ਨੇ, ਬਸ ਸਿਰਫ ਮਿੱਠਾ ਰੰਗ ਹੀ ਪਾ ਦੇਣਾ ਹੈ, ਤੇ 10 ਸੇਰ ਸ਼ੱਕਰ ਲੱਗਦੀ ਹੈ ਤੇ 5 ਬਚਾ ਲੈਣੀ ਹੈ। ਪੁਰਖਾ ਕਿਸ ਲਈ ਬਚਾ ਰਿਹਾ ਹੈ? ਕੱਲ ਨੂੰ ਵਰਤਾਂਗੇ, ਤੇ ਕੱਲ ਨੂੰ ਫਿਰ ਵਰਤਣੀ ਉਸੇ ਹੀ ਸੰਗਤ ਲਈ, ਕੱਲ ਗੁਰੂ ਹੋਰ ਦੇ ਦੇਵੇਗਾ। ਸੋਹਣਾ ਪ੍ਰਸਾਦ ਤਿਆਰ ਕਰੋ। ਮਹਾਰਾਜ ਕਹਿਣ ਲੱਗੇ ਕੋਈ ਆਵੇ ਸਭ ਕੋ ਦੇਹੋ ਅਸਨ ਵਰਤਾਏ, ਆਪਣਾ ਬੇਗਾਨਾ ਸਭ ਨੂੰ ਸਾਡਾ ਰੂਪ ਸਮਝ ਕੇ ਤੇ ਭੋਜਨ ਵਰਤਾਉਣਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਤੋਂ ਪ੍ਰਸਥਾਨ ਕਰਨ ਵੇਲੇ ਵੀ ਇਹੀ ਬੋਲ ਮਾਤਾ ਮੈਣੀ ਜੀ ਨੂੰ ਆਖੇ ਸਨ। ਮਾਤਾ ਬਿਸੰਬਰੀ ਦੇਵੀ, ਰਾਣੀ ਫਤਿਹ ਚੰਦ ਮੈਣੀ, ਉਹਨਾਂ ਨੂੰ ਜਿਨ੍ਹਾਂ ਨੂੰ ਮਹਾਰਾਜ ਨੇ ਆਪਣੀ ਮਾਂ ਹੋਣ ਦਾ ਸਨਮਾਨ ਦਿੱਤਾ ਸੀ, ਇਹ ਬੋਲ ਆਖੇ ਜਦੋਂ ਉਹਨਾਂ ਨੇ ਕਿਹਾ ਵੀ ਅਸੀਂ ਤਾਂ ਤੁਹਾਡੇ ਦਰਸ਼ਨ ਬਿਨਾਂ ਰਹਿ ਨਹੀਂ ਸਕਦੇ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਅਸੀਂ ਵੀ ਤੁਹਾਡੇ ਕੋਲ ਬੈਠਣ ਤੋਂ ਬਿਨਾਂ ਨਹੀਂ ਰਹਿ ਸਕਦੇ। ਲਾਲ ਜੀ ਮੇਰਾ ਸੁਭਾਅ ਬਣ ਗਿਆ, ਪਹਿਲੇ ਤੁਹਾਨੂੰ ਗੋਦ 'ਚ ਬਿਠਾਉਣਾ, ਭੋਜਨ ਕਰਾਉਣਾ ਤੇ ਫਿਰ ਭੋਜਨ ਕਰਨਾ। ਤੇ ਮਹਾਰਾਜ ਕਹਿਣ ਲੱਗੇ ਮਾਤ ਜੀ ਸਾਡਾ ਵੀ ਸੁਭਾਅ ਬਣ ਗਿਆ, ਪਹਿਲਾਂ ਤੁਹਾਡੀ ਗੋਦ ਵਿੱਚ ਬੈਠਣਾ, ਫਿਰ ਤੁਹਾਡੇ ਕੋਲੋਂ ਪੂੜੀਆਂ ਛੋਲੇ ਲੈ ਕੇ ਖਾਣਾ, ਸਾਡਾ ਵੀ ਸੁਭਾਅ ਬਣ ਗਿਆ। ਤੇ ਹੁਣ ਜਾ ਰਹੇ ਹੋ ਤੇ ਕਿਵੇਂ ਹੋਵੇਗਾ? ਮਹਾਰਾਜ ਕਹਿਣ ਲੱਗੇ ਤੁਹਾਡੇ ਕੋਲੋਂ ਨਹੀਂ ਜਾ ਰਹੇ, ਉਹਨਾਂ ਕੋਲੋਂ ਜਾ ਰਹੇ ਹਾਂ ਜਿਹੜਾ ਸਾਡਾ ਦਿੱਤਾ ਸੋਨਾ ਵੀ ਪਾਲਕੀ ਵਿੱਚੋਂ ਕੱਢ ਲੈਂਦੇ ਨੇ। ਮਹਾਰਾਜ ਜੀ ਨੇ ਕੁਝ ਦਿੱਤਾ ਸੀ ਸੋਨਾ ਪਾਲਕੀ ਬਣਾਉਣ ਵਾਸਤੇ ਤੇ ਅੱਧਾ ਰਹਿ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਉਹਨਾਂ ਕੋਲ ਅਸੀਂ ਕਦੀ ਬੈਠੇ ਹੀ ਨਹੀਂ, ਉਹ ਫਿਰਦੇ ਰਹੇ ਨੇ ਪਰ ਸਾਡੇ ਲਾਗੇ ਕਦੀ ਆਏ ਹੀ ਨਹੀਂ। ਇਹੋ ਜਿਹੇ ਲੋਕ ਤੁਹਾਨੂੰ ਜਗ੍ਹਾ ਜਗ੍ਹਾ ਮਿਲ ਜਾਣਗੇ ਜੋ ਸਵਾਰਥ ਕਰਕੇ ਦਿਖਾਵਾ ਕਰਦੇ ਨੇ ਸਿੱਖ ਹੋਣ ਦਾ, ਪਰ ਸਿੱਖ ਹੁੰਦੇ ਨਹੀਂ, ਜੀਵਨ ਸਿੱਖਾਂ ਵਾਲਾ ਨਹੀਂ ਹੁੰਦਾ। ਬੜੇ ਬੜੇ ਨਾਮ ਰੱਖੇ ਹੋਏ ਨੇ, ਮੈਂ ਹਾਂ, ਤੇ ਬਾਅਦ 'ਚ ਪਤਾ ਚੱਲਦਾ ਹੈ ਤਾਂ ਕੱਖ ਵੀ ਨਹੀਂ। ਸਿਰਫ ਆਪਣੇ ਲੋਭ ਕੋ ਕੀਨੋ ਮੀਤ। ਮਾਤ ਬਿਸੰਬਰੀ ਦੇਵੀ ਜੀ ਨੇ ਕਿਹਾ ਫਿਰ ਲਾਲ ਜੀ ਕਿਵੇਂ ਹੋਵੇਗਾ? ਮਹਾਰਾਜ ਕਹਿਣ ਲੱਗੇ ਬਸ ਐਵੇਂ ਹੀ ਹੋਵੇਗਾ ਜਿਵੇਂ ਰੋਜ਼ ਕਰਦੇ, ਰੋਜ਼ ਪੂੜੀਆਂ ਛੋਲੇ ਬਣਾਉਣਾ ਤੇ ਰੋਜ਼ ਸਾਡੇ ਬਾਲਕ ਸਾਥੀਆਂ ਨੂੰ ਸਾਡਾ ਰੂਪ ਸਮਝ ਕੇ ਵਰਤਾਉਣਾ, ਉਹਨਾਂ 'ਚੋਂ ਮੇਰੇ ਦਰਸ਼ਨ ਹੋ ਜਾਇਆ ਕਰਨਗੇ। ਤੇ ਮੇਰੇ ਦਰਸ਼ਨ ਨਹੀਂ ਹੋਣਗੇ ਮੈਂ ਨਾਲ ਬੈਠਾ ਹੋਇਆ ਕਰਾਂਗਾ। ਤੁਸੀਂ ਆਪਣੇ ਹੱਥ ਨਾਲ ਜਿਵੇਂ ਸਾਡੇ ਮੁਖੜੇ ਵਿੱਚ ਪਾਉਂਦੇ ਹੋ, ਅਸੀਂ ਰੋਜ਼ ਇਸੇ ਤਰ੍ਹਾਂ ਹੀ ਪਾਵਾਂਗੇ। ਅੱਜ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਲ ਲੀਲਾ ਸਾਹਿਬ ਵਿਖੇ ਬਿਰਾਜ ਕੇ ਮਾਤਾ ਮੈਣੀ ਜੀ ਦੇ ਹੱਥੋਂ ਭੋਜਨ ਕਰਦੇ ਹੀ ਪਏ ਨੇ। ਇਹ ਕੋਈ 1-2 ਦਿਨਾਂ ਦੀ ਗੱਲ ਥੋੜ੍ਹੀ। ਇਸ ਲਈ ਇਹ ਗੱਲ 6ਵੇਂ ਜਾਮੇ 'ਚ ਵੀ ਆਖੇ ਵੀ ਸਭ ਨੂੰ ਵਰਤਾਉਣਾ ਉਹ ਸਾਡਾ ਹੀ ਸਕਣਾ ਹੋਵੇਗਾ। ਹਾਂਜੀ, ਬਾਰੇ ਅਰ ਸਰਾਪ ਸਫਲ ਹੋਏ ਜਾਏ। ਮਹਾਰਾਜ ਸੱਚੇ ਪਾਤਸ਼ਾਹ ਸਾਡਾ ਵੀ ਮਨ ਕਰਦਾ ਅਸੀਂ ਵੀ ਤੇਗ ਚਲਾਈਏ, ਜੰਗ ਵਿੱਚ ਜੂਝੀਏ, ਸਾਡੀ ਵੀ ਸ਼ਹਾਦਤ ਹੋ ਜਾਏ। ਤੇ ਮਹਾਰਾਜ ਕਹਿਣ ਲੱਗੇ ਤੁਹਾਨੂੰ ਜ਼ਬਾਨ ਹੀ ਤੇਗ ਵਰਗੀ ਦਿੱਤੀ ਹੋਈ। ਇਹ ਵਰਦਾਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ
ਕਾਂਗੜਪੁਰ ਨਗਰ ਤੋਂ ਚੱਲਣ ਲੱਗਿਆਂ, ਕਰਤਾਰਪੁਰ ਸਾਹਿਬ ਰਵਾਨਾ ਹੋਣ ਲੱਗਿਆਂ ਸਵੇਰੇ ਸਵੇਰੇ ਸਭ ਤੋਂ ਪਹਿਲਾਂ ਭਾਈ ਸਾਧੂ ਤੇ ਭਾਈ ਰੂਪ ਚੰਦ ਜੀ ਦੇ ਪਰਿਵਾਰ ਨੂੰ ਇਹ ਬਚਨ ਦਿੱਤਾ। ਆਖਿਆ ਤੁਹਾਡੀ ਜ਼ੁਬਾਨ ਹੀ ਤੇਗ ਹੈ, ਜੋ ਆਖੋਗੇ ਉਹ ਸਫਲ ਹੋ ਜਾਵੇਗਾ। ਤਿੱਖੀ ਤੇਗ ਸਮ ਕਾਟਤ ਜਾਏ। ਤੁਹਾਡੀ ਜ਼ੁਬਾਨ ਜਿਸ ਨੂੰ ਜੋ ਆਖੇਗੀ, ਜੇ ਵਰ ਦੇਵੇਗੀ ਤਾਂ ਉਹਦੇ ਦੁੱਖ ਤੇਗ ਦੀ ਤਰ੍ਹਾਂ ਕੱਟ ਜਾਣ। ਜਿਵੇਂ ਤਿੱਖੀ ਤੇਗ ਕੱਟ ਦਿੰਦੀ ਹੈ ਨਾ, ਤਿੱਖੀ ਤੇਗ ਸਮ ਕਾਟਤ ਜਾਏ। ਤੁਹਾਡਾ ਬਚਨ ਹੀ ਤਿੱਖੀ ਤੇਗ ਵਾਂਗੂ ਉਹਦੇ ਸਾਰੇ ਦੁੱਖ ਕੱਟ ਦੇਵੇਗਾ। ਤੇ ਜੇ ਸ਼ਰਾਪ ਵੀ ਦੇਵੋਗੇ ਤੇ ਉਹ ਵੀ ਤਿੱਖੀ ਤੇਗ ਵਾਂਗੂ ਉਹਦਾ ਸਭ ਕੁਝ ਮਿਟਾ ਦੇਵੇਗਾ। ਸਭ ਸਤ ਸੰਗਤ ਕਰ ਸਿਮਰੋ ਸਤਿਗੁਰ। ਮਹਾਰਾਜ ਕਹਿਣ ਲੱਗੇ ਇਸ ਕਰਕੇ ਸਤ ਸੰਗਤ ਕਰ ਸਿਮਰੋ ਸਤਿਗੁਰ। ਗੁਰੂ ਸੰਗਤ ਦੀ ਸੇਵਾ ਕਰੋ, ਨਾਮ ਜਪੋ। ਹਾਂਜੀ, ਅਪਰ ਰੂਪ ਧਰ ਮੈਂ ਪੁਨਿਆਏ। ਮੈਂ ਹੋਰ ਅਗਲੇ ਜਾਮੇ ਵਿੱਚ ਫਿਰ ਤੁਹਾਡੇ ਇਸ ਘਰ ਵਿੱਚ, ਇਸ ਇਲਾਕੇ ਵਿੱਚ ਆਵਾਂਗਾ। ਤੁਬ ਸੰਤਤ ਸਭ ਮਿਲ ਤੁਬ ਸੰਤਤ ਸਭ ਮਿਲੈ ਸੇਵ ਕਰ। ਤੁਹਾਡੀ ਸਾਰੀ ਸੰਤਾਨ ਸਾਨੂੰ ਮਿਲੇਗੀ, ਅਸੀਂ ਉਹਨਾਂ ਨੂੰ ਮਿਲਾਂਗੇ ਤੇ ਉਹ ਸੇਵਾ ਕਰਨਗੇ। ਅੰਗ ਸੰਗ ਗੁਰ ਤੁਮਹਿ ਸਹਾਈ। ਤੇ ਗੁਰੂ ਨਾਨਕ ਤੁਹਾਡੇ ਸਦਾ ਹੀ ਅੰਗ ਸੰਗ ਨੇ। ਇਹ ਬਚਨ ਕਿਸੇ ਆਮ ਬੰਦੇ ਦੇ ਨਹੀਂ ਹੈਗੇ, ਇਹ ਬਚਨ ਗੁਰੂ ਹਰਗੋਬਿੰਦ ਸਾਹਿਬ ਦੇ ਨੇ, ਪਰਮਾਤਮਾ ਦੇ ਬਚਨ ਨੇ, ਜੋ ਇਸ ਪਰਿਵਾਰ ਪ੍ਰਤੀ ਮਹਾਰਾਜ ਜੀ ਨੇ ਆਖਿਆ ਗੁਰੂ ਸਦਾ ਹੀ ਤੁਹਾਡੇ ਅੰਗ ਸੰਗ ਸਹਾਈ ਹੈ। ਜੋਧ ਰਾਏ ਲੈ ਸੰਗ ਬ੍ਰਿੰਦ ਨਰ। ਇਸ ਤਰ੍ਹਾਂ ਭਾਈ ਜੋਧ ਰਾਏ ਜੀ ਵੀ ਬਹੁਤ ਸਾਰੇ ਸੈਨਿਕਾਂ ਨੂੰ ਨਾਲ ਲੈ ਕੇ ਚਰਨ ਕਮਲ ਟਿਕਿਓ ਸਿਰ ਆਏ। ਤੇ ਮਹਾਰਾਜ ਜੀ ਦੇ ਚਰਨ ਕਮਲਾਂ ਤੇ ਸਿਰ ਟਿਕਾ ਦਿੱਤਾ, ਮੱਥਾ ਟੇਕਿਆ। ਭਏ ਅਰੂਢਨ ਸਤਿਗੁਰ ਸੁਆਮੀ। ਸਾਰੇ ਬ੍ਰਹਮੰਡ ਦੇ ਧਾਰਮਿਕ ਪੁਰਸ਼ਾਂ ਦੇ ਜੋ ਗੁਰੂ ਪਦਵੀ ਤੱਕ ਪਹੁੰਚੇ ਹੋਏ, ਉਹਨਾਂ ਦੇ ਸੁਆਮੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਹੁੰਚਾਵਨ ਹਿਤ ਸਾਥ ਸਿਧਾਏ। ਮਹਾਰਾਜ ਜੀ ਨੂੰ ਅੱਗੇ ਤੋਰਨ ਵਾਸਤੇ ਭਾਈ ਰੂਪ ਚੰਦ ਜੀ, ਭਾਈ ਸਾਧੂ ਜੀ, ਭਾਈ ਜੋਧ ਰਾਏ ਜੀ ਆਦਿਕ ਸਾਰੇ ਜਿਹੜੇ ਉਹਨਾਂ ਦੇ ਸੂਰਮੇ ਹਨ, ਉਹ ਵੀ ਮਹਾਰਾਜ ਜੀ ਨੂੰ ਅੱਗੇ ਤੱਕ ਨਾਲ, ਪਿੱਛੇ ਨਹੀਂ ਮੁੜ ਰਹੇ, ਨਾਲ ਹੀ ਅੱਗੇ ਅੱਗੇ ਚੱਲਦੇ ਜਾ ਰਹੇ ਹਨ। ਮਨ ਨਹੀਂ ਕਰਦਾ ਵਿਛੜਨ ਦਾ। ਦੁੰਦਬ ਬਜੇ ਨਕੀਬ ਪੁਕਾਰਤ। ਇਸ ਤਰ੍ਹਾਂ ਦੁੰਦਬ ਨਗਾਰੇ ਵੱਜੇ ਹੋਏ ਨੇ ਤੇ ਚੋਬਦਾ ਅੱਗੇ ਜਿਹੜੇ ਨੇ ਉਹ ਬਾ ਮੁਲਾਜ਼ਾ, ਹੋਸ਼ਿਆਰ, ਸਾਵਧਾਨ ਗੁਰੂ ਹਰਗੋਬਿੰਦ ਸਾਹਿਬ ਜੀ ਪਧਾਰ ਰਹੇ ਹਨ। ਇਸ ਤਰ੍ਹਾਂ ਆਵਾਜ਼ਾਂ ਦੇ ਰਹੇ ਹਨ। ਸੈਨਾ ਚਲੀ ਮਨੋ ਦਰਿਆਏ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿੱਛੇ ਸੈਨਾ ਇਸ ਤਰ੍ਹਾਂ ਚੱਲੀ ਹੈ ਜਿਵੇਂ ਪੂਰਾ ਸਾਗਰ ਹੀ ਚੱਲ ਪਿਆ। ਦਰਿਆ ਦਾ ਅਰਥ ਇੱਕ ਆਮ ਨਦੀ ਦਰਿਆ ਵੀ ਹੁੰਦਾ ਹੈ, ਦਰਿਆ ਦਾ ਅਰਥ ਸਾਗਰ ਵੀ ਹੁੰਦਾ। ਸਾਗਰ ਨੂੰ ਸਿੰਧੀ ਵਿੱਚ ਦਰਿਆ ਕਹਿੰਦੇ। ਜਿਵੇਂ ਕੋਈ ਸਾਗਰ ਚੱਲ ਪੈਂਦਾ ਹੈ, ਇਸ ਤਰ੍ਹਾਂ ਮਹਾਰਾਜ ਦੇ ਪਿੱਛੇ ਸੈਨਾ ਦਾ ਵੱਡਾ ਇਕੱਠ ਚੱਲ ਰਿਹਾ ਹੈ। ਇੱਕ ਕੋਸ ਪਰ ਥਿਰ ਹੋਏ ਬੋਲੇ। ਤੇ ਨਾਲ ਹੀ ਚੱਲਦੇ ਜਾ ਰਹੇ ਨੇ। ਇੱਕ ਪਾਸਿਓਂ ਭਾਈ ਰੂਪ ਚੰਦ ਜੀ ਨੇ ਮਹਾਰਾਜ ਦੇ ਚਰਨ ਪਕੜੇ ਹੋਏ ਨੇ, ਭਾਈ ਸਾਧੂ ਜੀ ਨੇ ਪਕੜੇ ਹੋਏ ਨੇ, ਤੇ ਨਾਲ ਨਾਲ ਭਾਈ ਜੋਧ ਰਾਏ ਜੀ, ਉਹਨਾਂ ਦਾ ਪਰਿਵਾਰ, ਉਹਨਾਂ ਦੇ ਸੈਨਿਕ ਸਰਦਾਰ, ਇਹ ਸਾਰੇ ਮਹਾਰਾਜ ਜੀ ਦੇ ਚਰਨ ਫੜ ਕੇ ਤੁਰੇ ਜਾ ਰਹੇ। ਤੇ ਮਨ ਵਿੱਚ ਸੋਚਦੇ ਨੇ ਵੀ ਗੁਰੂ ਸਾਹਿਬ ਭੁੱਲ ਹੀ ਜਾਣ ਇਹ ਕਹਿਣਾ ਵੀ ਪਿੱਛੇ ਜਾਓ, ਤੇ ਨਾਲ ਹੀ ਚੱਲਦੇ ਜਾਈਏ। ਮਹਾਰਾਜ ਸੱਚੇ ਪਾਤਸ਼ਾਹ ਨਾਲ ਦੇਖ ਰਹੇ ਨੇ ਇਹਨਾਂ ਦਾ ਪਿਆਰ, ਇਹਨਾਂ ਦੇ ਨੇਤਰਾਂ 'ਚ ਜਲ ਵੀ ਹੈ। ਮਹਾਰਾਜ ਸੱਚੇ ਪਾਤਸ਼ਾਹ ਬਾਰ-ਬਾਰ ਚਰਨ ਪਕੜ ਕੇ ਨਾਲ ਚੱਲ ਰਹੇ। ਭਾਈ ਸਾਧੂ ਜੀ, ਭਾਈ ਰੂਪਾ ਜੀ ਦੇ ਪਿੱਠ ਤੇ ਹੱਥ ਵੀ ਫੇਰਦੇ ਜਾ ਰਹੇ, ਭਾਈ ਜੋਧ ਰਾਏ ਜੀ ਦੀ ਪਿੱਠ ਤੇ ਹੱਥ ਵੀ ਫੇਰਦੇ ਜਾ ਰਹੇ ਨੇ, ਔਰ ਨਾਲ ਚੱਲਦੇ ਵੀ ਜਾ ਰਹੇ ਨੇ। ਤੇ ਫਿਰ ਜਦ ਇੱਕ ਕੋਹ ਚੱਲ ਪਏ ਤਾਂ ਮਹਾਰਾਜ ਸੱਚੇ ਪਾਤਸ਼ਾਹ ਰੁਕੇ ਹਨ। ਹਟੋ ਅਵੈ ਸਾਦਰ ਹਿਤ ਆਏ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਆਪਣੇ ਭਲੇ ਲਈ, ਬੜੇ ਸਤਿਕਾਰ ਸਹਿਤ ਆਦਰ ਕਰਨ ਵਾਸਤੇ ਸਾਨੂੰ ਤੋਰਨ ਲਈ ਆਏ ਹੋ। ਉਤਰ ਤੁਰੰਗ ਤੇ ਜੋਧੇ ਰਾਏ ਤਬ। ਉਸ ਵੇਲੇ ਘੋੜੇ ਤੋਂ ਭਾਈ ਜੋਧ ਰਾਏ ਜੀ ਉਤਰੇ ਹਨ।
ਅਧਿਕ ਪ੍ਰੇਮ ਤੇ ਪਕਰੇ ਪਾਏ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦ ਰੁਕੇ ਨੇ ਨਾ, ਨਾਲ ਨਾਲ ਘੋੜਾ ਲੈ ਕੇ ਚੱਲ ਰਿਹਾ ਸੀ, ਮਹਾਰਾਜ ਥਾਪੜਾ ਵੀ ਦੇ ਰਹੇ ਸਨ। ਤੇ ਹੁਣ ਘੋੜੇ ਤੋਂ ਉਤਰ ਕੇ ਤੇ ਮਹਾਰਾਜ ਜੀ ਦੇ ਇੱਕ ਪਾਸੇ ਘੋੜੇ ਦੀ ਲਗਾਮ ਰਕਾਬ ਸੀ, ਮਹਾਰਾਜ ਜੀ ਦੇ ਸ੍ਰੀ ਚਰਨ ਕਮਲ ਨੂੰ ਗਲ ਵਕੜੀ ਕਰ ਲਈ ਤੇ ਬੱਚਿਆਂ ਦੀ ਤਰ੍ਹਾਂ ਜ਼ਾਰ-ਜ਼ਾਰ ਰੋਣ ਲੱਗ ਪਏ, ਚਰਨ ਪਕੜ ਲਏ। ਆਪਣੇ ਜਾਨ ਜਾਦ ਮੁਝ ਰਾਖੋ। ਸੱਚੇ ਪਾਤਸ਼ਾਹ ਸਾਨੂੰ ਆਪਣੇ ਸਮਝੋ, ਅਸੀਂ ਤੁਹਾਡੇ ਹੀ ਹੈਗੇ, ਆਪਣੇ ਯਾਦ ਵਿੱਚ ਰੱਖੋ, ਸਾਨੂੰ ਸਦਾ ਤੁਹਾਡੀ ਯਾਦ ਬਣੀ ਰਹੇ ਤੇ ਕਦੀ ਭੁੱਲ ਨਾ ਜਾਈਏ। ਲਿਹੋ ਮਿਲਾਏ ਆਪ ਸਹਸਾਏ। ਸੱਚੇ ਪਾਤਸ਼ਾਹ ਵਿਛੋੜਾ ਸਾਡੇ ਕੋਲੋਂ ਹੁਣ ਸਹਿਆ ਨਹੀਂ ਜਾਣਾ, ਆਪ ਕਿਰਪਾ ਕਰਕੇ ਛੇਤੀ ਹੀ ਸੱਦਾ ਭੇਜ ਦੇਣਾ, ਅਸੀਂ ਛੇਤੀ ਫਿਰ ਤੁਹਾਡੇ ਦਰਸ਼ਨਾਂ ਲਈ ਆ ਜਾਈਏ। ਇਹ ਕੱਲ੍ਹ ਹੀ ਮੈਨੂੰ ਸੰਗਤਾਂ ਮਿਲੀਆਂ, ਅੰਬਾਲੇ ਤੋਂ ਆਈਆਂ ਹੋਈਆਂ, ਕੱਲ੍ਹ ਉਹਨਾਂ ਦਾ ਪ੍ਰਸਥਾਨ ਸੀ ਤੇ ਮੈਨੂੰ ਹੱਥ ਜੋੜ ਕੇ ਕਹਿਣ ਲੱਗੇ ਵੀ ਇੱਥੋਂ ਹੁਣ ਜਾਣ ਨੂੰ ਮਨ ਨਹੀਂ ਕਰਦਾ। ਤੇ ਮੈਂ ਕਿਹਾ ਜਾਣਾ ਤਾਂ ਤੁਹਾਨੂੰ ਪੈ ਰਿਹਾ ਹੈ, ਹੋਰ ਰੁਕ ਜਾਓ। ਆਖਣ ਲੱਗੇ ਰੁਝੇਵੇਂ ਵੀ ਬੜੇ ਹਨ। ਫਿਰ ਮੈਂ ਕਿਹਾ ਅਰਦਾਸ ਕਰ ਜਾਓ ਬਈ ਮਹਾਰਾਜ ਜਲਦੀ ਜਲਦੀ ਫਿਰ ਦਰਸ਼ਨ ਬਖਸ਼ਣ, ਫਿਰ ਜਲਦੀ ਜਲਦੀ ਆਉਣਾ ਹੋ ਜਾਵੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭਾਈ ਜੋਧ ਰਾਏ ਜੀ ਨੇ ਬੇਨਤੀਆਂ ਕੀਤੀਆਂ, ਸੱਚੇ ਪਾਤਸ਼ਾਹ ਫਿਰ ਜਲਦੀ ਦਰਸ਼ਨ ਬਖਸ਼ੋ, ਜਲਦੀ ਬੁਲਾ ਲਵੋ। ਨਹਿ ਵਿਛਰਨ ਕੋ ਮਨ ਕਬ ਕਰਤਾ। ਸੱਚੇ ਪਾਤਸ਼ਾਹ ਆਪ ਜੀ ਨਾਲੋਂ ਦੂਰ ਹੋਣ ਨੂੰ ਤਾਂ ਮਨ ਹੀ ਨਹੀਂ ਕਰਦਾ ਕਦੀ। ਤਉ ਰਾਵਰੀ ਅਮਟ ਰਜਾਏ। ਭਾਵੇਂ ਸਾਡਾ ਮਨ ਨਹੀਂ ਕਰਦਾ, ਫਿਰ ਵੀ ਤੁਹਾਡੀ ਰਜ਼ਾ ਜਿਹੜੀ ਅਟਲ ਹੈ, ਤੁਹਾਡੀ ਆਗਿਆ ਮੰਨਣੀ ਸਾਡੇ ਲਈ ਸਰਵੋਪਰੀ ਹੈ। ਮੇਰਾ ਸੰਗ ਸਰਬ ਤੇ ਉੱਤਮ। ਮਹਾਰਾਜ ਸੱਚੇ ਪਾਤਸ਼ਾਹ ਰਾਜ ਭਾਗ ਨਾਲੋਂ, ਸਿੰਘਾਸਣ ਨਾਲੋਂ, ਚਵਰ ਛੱਤਰ ਨਾਲੋਂ ਤੁਹਾਡਾ ਸਾਥ ਜ਼ਿਆਦਾ ਵੱਡਾ ਹੈ। ਤੁਹਾਡੇ ਚਰਨਾਂ ਦੀ ਬਰਕਤ, ਚਰਨ ਧੂੜ ਮਿਲਦੀ ਰਹੇ, ਸਭ ਤੋਂ ਉੱਤਮ ਹੈ। ਅਬ ਚਲ ਆਨੰਦ ਜਿਨੋਂ ਤੇ ਪਾਏ। ਕਿਉਂਕਿ ਤੁਹਾਡੇ ਚਰਨ ਕਮਲਾਂ ਦੀ ਧੂੜ, ਤੁਹਾਡੀ ਸੰਗਤ ਨਾਲ ਸਦੀ ਵੀ ਆਨੰਦ ਪ੍ਰਾਪਤ ਹੁੰਦਾ ਹੈ। ਸਤਿਗੁਰ ਕਹਿਓ ਮਿਲਿਓ ਤੈ ਨਿਤ ਹੀ। ਮਹਾਰਾਜ ਸੱਚੇ ਪਾਤਸ਼ਾਹ ਨੇ ਨੇੜੇ ਕਰਕੇ ਗੱਲ ਨਾਲ ਲਾਇਆ ਤੇ ਆਖਿਆ ਤੁਸੀਂ ਸਦਾ ਹੀ ਮਿਲੇ ਹੋਏ ਹੋ, ਤੁਸੀਂ ਸਾਡੇ ਤੋਂ ਕੀ ਦੂਰ ਰਹਿਣਾ ਹੈ। ਐ ਗੁਰਸਿੱਖੋ, ਅਸੀਂ ਵੀ ਤੁਹਾਡੇ ਤੋਂ ਦੂਰ ਨਹੀਂ ਰਹਿ ਸਕਦੇ, ਸਾਡਾ ਵੀ ਤੁਹਾਡੇ ਬਿਨਾਂ ਮਨ ਨਹੀਂ ਲੱਗਦਾ। ਵਾਕਈ ਸਾਧ ਸੰਗਤ, ਜੇ ਬਾਲਕ ਪਾਲਕ ਮਾਤਾ ਪਿਤਾ ਤੋਂ ਦੂਰ ਨਹੀਂ ਨਾ ਰਹਿ ਸਕਦਾ ਤੇ ਮਾਤਾ ਪਿਤਾ ਵੀ ਜਰਾ ਜਿਹਾ ਬੱਚਾ ਇਸ ਕਮਰੇ ਚਲਾ ਜਾਏ ਲੱਭਣ ਲੱਗ ਪੈਂਦੇ, ਕਿੱਥੇ ਗਿਆ ਕਿੱਥੇ ਗਿਆ। ਜਦੋਂ ਸਿੱਖ ਅੰਮ੍ਰਿਤ ਵੇਲੇ ਨਾ ਉੱਠੇ, ਗੁਰੂ ਵੀ ਲੱਭਣ ਲੱਗ ਪੈਂਦਾ ਵੀ ਉੱਠਿਆ ਕਿਉਂ ਨਹੀਂ, ਠੀਕ ਤੇ ਹੈ। ਸਤ ਸੰਗਤ, ਗੁਰੂ ਵੀ ਸਾਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਹੈ, ਬਹੁਤ ਨਿਵਾਜ਼ਦਾ ਹੈ। ਜੇ ਸਿੱਖ ਗੁਰੂ ਬਿਨਾਂ ਨਹੀਂ ਨਾ ਰਹਿ ਸਕਦਾ ਤਾਂ ਗੁਰੂ ਵੀ ਸਿੱਖ ਬਿਨਾਂ ਨਹੀਂ ਰਹਿ ਸਕਦਾ। ਗੁਰੂ ਵੀ ਜੈ ਜੈ ਪੇਖੋਂ ਤੈ ਹਜ਼ੂਰ, ਦੂਰ ਕਤਹੁ ਨਾ ਜਾਈ। ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਈਤ ਊਤ ਨਹੀਂ ਵਿਛੁੜੈ, ਸੋ ਸੰਗੀ ਗਨੀਐ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਬਣੀ। ਪ੍ਰਤ ਪਾਲੈ ਅਪਿਆਉ ਦੇ, ਕਛ ਊਨ ਨਾ ਹੋਈ। ਸਾਸ ਸਾਸ ਸੰਭਾਲਤਾ, ਮੇਰਾ ਪ੍ਰਭ ਸੋਈ। ਮਾਂ ਪਿਓ ਬੱਚੇ ਦਾ ਇੰਨਾ ਖਿਆਲ ਕਿਤੇ ਰੱਖ ਸਕਦੇ ਨੇ ਜਿਤਨਾ ਸਿੱਖ ਦਾ ਖਿਆਲ ਗੁਰੂ ਰੱਖਦਾ। ਅਸੀਂ ਤਾਂ ਸਾਹ ਹੀ ਤਾਂ ਲੈਂਦੇ ਹਾਂ ਕਿ ਗੁਰੂ ਪਾਤਸ਼ਾਹ ਸਾਡਾ ਧਿਆਨ ਰੱਖਦੇ ਹਨ। ਅਸੀਂ ਕਈ ਵਾਰੀ ਸੋਚਦੇ ਹਾਂ ਵੀ ਅਸੀਂ ਗੁਰੂ ਦੀ ਸੇਵਾ ਕਰਦੇ ਹਾਂ। ਨਹੀਂ ਸਾਧ ਸੰਗਤ, ਅਸਾਂ ਤੁਸਾਂ ਕੀ ਸੇਵਾ ਕਰਨੀ ਹੈ। ਅਸਲੀਅਤ ਇਹ ਹੈ, ਗੁਰੂ ਸਾਡੀ ਮਾਂ ਬਾਪ ਵਾਂਗੂ ਸੇਵਾ ਕਰਦਾ ਹੈ, ਸਾਡੇ ਪਾਪਾਂ ਨੂੰ ਛੁਪਾ ਦਿੰਦਾ ਹੈ, ਸਾਡੇ ਮੰਦ ਕਰਮਾਂ ਤੇ ਪਰਦਾ ਪਾ ਕੇ ਤੇ ਫਿਰ ਜੀਵਨ ਸ਼ੁਭ ਬਣਾ ਕੇ ਤੇ ਆਪਣੇ ਨਾਲ ਜੋੜ ਲੈਂਦਾ। ਜੇ ਮਾਂ ਹੈ ਨਾ, ਪਰਦੇ ਪਾਉਂਦੀ ਰਹਿੰਦੀ ਹੈ। ਇਸ ਤਰ੍ਹਾਂ ਗੁਰੂ ਸਾਡੇ ਕਿਰਪਾ ਕਰਕੇ ਅਨੇਕਾਂ ਹੀ ਸਿੱਧਰ ਢੱਕ ਦਿੰਦਾ ਹੈ। ਜੇ ਪ੍ਰਸਾਦ ਤੇਰੇ ਸਗਲ ਸਿੱਧਰ ਢੱਕ ਕੇ
ਮਹਾਰਾਜ ਜੀ ਦਾ ਬਚਨ ਹੈਗਾ ਹੈ। ਹਾਂਜੀ। ਲੋਕ ਪਰਲੋਕ ਹੈ ਗੁਰੂ ਸਹਾਇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਤੁਸੀਂ ਸਦਾ ਹੀ ਮਿਲੇ ਹੋ, ਤੇ ਇੱਥੋਂ ਦਾ ਹੀ ਮੇਲ ਨਹੀਂ ਹੈ, ਲੋਕ ਪਰਲੋਕ ਅਸੀਂ ਤੁਹਾਡੀ ਸਹਾਇਤਾ ਵਿੱਚ ਹਾਂ। ਤਵ ਸੰਤਤ ਕੋ ਹਮੇਰੀ ਸੰਤਤ। ਤੁਹਾਡੀ ਜਿਹੜੀ ਸੰਤਾਨ ਹੋਵੇਗੀ ਉਹਨਾਂ ਨੂੰ ਸਾਡੀ ਸੰਤਾਨ ਭਿਖ ਸੇਵਾ ਕੋ ਆਨੰਦ ਉਪਾਏ। ਮਿਲਣਗੇ, ਦਰਸ਼ਨ ਹੋਣਗੇ ਤੇ ਸੇਵਾ ਦਾ ਆਨੰਦ ਬਣਿਆ ਰਹੇਗਾ। ਗੁਰ ਘਰ ਸੋ ਵੱਡ ਮੇਲ ਭਇਓ ਸੁਭ। ਤੁਹਾਡਾ ਵੱਡਾ ਮੇਲ ਗੁਰੂ ਘਰ ਨਾਲ ਹੋਇਆ ਜੋ ਮਹਾ ਸ਼ੁਭ ਹੈ। ਜਾਤੇ ਰਹੋ ਸਦਾ ਸੁਖ ਪਾਏ। ਇਸ ਕਰਕੇ ਤੁਹਾਨੂੰ ਸਦਾ ਹੀ ਸਦਾਰੇ ਸੁਖ ਮਿਲਦੇ ਰਹਿਣਗੇ। ਵਿਘਨ ਬ੍ਰਿੰਦ ਜੇ ਵਿਵਿਧ ਵਿਧਨ ਕੇ। ਜਿਹੜੇ ਤਰ੍ਹਾਂ ਤਰ੍ਹਾਂ ਦੇ ਵਿਘਨ ਹੁੰਦੇ ਹਨ, ਭਏ ਬਿਨਾਸਨ ਬਨੇ ਨ ਕਾਏ। ਸਾਰੇ ਤੁਹਾਡੇ ਵਿਘਨਾਂ ਦਾ ਨਾਸ਼ ਕਰ ਦਿੱਤਾ ਹੈ। ਤੁਹਾਡੇ ਜੀਵਨ ਵਿੱਚ, ਤੁਹਾਡੇ ਪਰਿਵਾਰ ਦੇ ਜੀਵਨ 'ਚ ਕੋਈ ਵਿਘਨ ਨਹੀਂ ਰਹੇਗਾ। ਇਮ ਕੈ ਕਰਿਓ ਹਟਾਵਨ ਘਰ ਕੋ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਹੁਣ ਤੁਸੀਂ ਸਾਰੇ ਆਪਣੇ ਆਪਣੇ ਘਰ ਨੂੰ ਚੱਲੋ ਤੇ ਫਿਰ ਅਸੀਂ ਅੱਗੇ ਚੱਲੀਏ। ਤੇ ਸਿੱਖਾਂ ਨੇ ਫਿਰ ਚਰਨ ਪਕੜ ਲਏ, ਨਹੀਂ ਮਹਾਰਾਜ ਪਹਿਲੇ ਤੁਸੀਂ ਰਵਾਨਾ ਹੋਵੋ ਫਿਰ ਅਸੀਂ ਜਾਵਾਂਗੇ। ਮਹਾਰਾਜ ਜਾਣਦੇ ਨੇ ਜੇ ਅਸੀਂ ਰਵਾਨਾ ਹੋ ਗਏ ਨਾ ਫਿਰ ਨਾਲ ਹੀ ਤੁਰ ਪੈਣਾ। ਇਹਨਾਂ ਕੋਲੋਂ ਵਿਛੜਿਆ ਨਹੀਂ ਜਾਣਾ, ਇਹਨਾਂ ਕੋਲੋਂ ਦੂਰ ਨਹੀਂ ਹੋਇਆ ਜਾਣਾ। ਤੇ ਮਹਾਰਾਜ ਕਹਿਣ ਲੱਗੇ ਸਾਡੀ ਆਗਿਆ ਹੈ ਪਹਿਲੇ ਤੁਸੀਂ ਸਾਰੇ ਆਪਣੇ ਆਪਣੇ ਘਰ ਨੂੰ ਰਵਾਨਾ ਹੋ ਫਿਰ ਅਸੀਂ ਹੋਵਾਂਗੇ। ਮਹਾਰਾਜ ਜਾਣਦੇ ਨੇ ਬਈ ਨਾ ਇਹਨਾਂ ਨੇ ਜਾਣਾ ਹੈ ਤੇ ਨਾ ਸਾਨੂੰ ਜਾਣ ਦੇਣਾ ਹੈ। ਇਸ ਤਰ੍ਹਾਂ ਇਹ ਪ੍ਰੇਮ ਦੀ ਖੇਡ ਹੈ, ਇਹਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਮਹਾਰਾਜ ਨੇ ਕਿਹਾ, ਆਗਿਆ ਕੀਤੀ ਤੇ ਆ ਪਿੱਛੇ ਹਟਾਇਆ, ਆਖਿਆ ਘਰ ਨੂੰ ਜਾਓ। ਗਇਓ ਚਰਨ ਪੰਕਜ ਲਪਟਾਏ। ਇਹ ਫਿਰ ਮਹਾਰਾਜ ਜੀ ਦੇ ਚਰਨ ਕਮਲਾਂ ਨਾਲ ਫਿਰ ਲਿਪਟ ਗਏ ਤੇ ਫਿਰ ਬੱਚਿਆਂ ਦੀ ਤਰ੍ਹਾਂ ਜ਼ਾਰ-ਜ਼ਾਰ ਰੋਣ ਲੱਗ ਪਏ। ਚਰਨ ਨਹੀਂ ਛੱਡ ਰਹੇ ਸਨ। ਜਿਵੇਂ ਮਹਾਰਾਜ ਜੀ ਦਾ ਬਚਨ ਹੈ, ਚਰਨ ਛਾਨਾ ਛਾਡੋ ਸਰੀਰ ਕੱਲ ਜਾਈ। ਤੇ ਹਿਟਕੋਰੇ ਲੈ ਲੈ ਕੇ ਰੋਂਦੇ ਪਏ ਨੇ ਤੇ ਮਹਾਰਾਜ ਨੂੰ ਬੇਨਤੀਆਂ ਕਰਦੇ ਨੇ, ਮਹਾਰਾਜ ਐਸੇ ਤਰ੍ਹਾਂ ਹੀ ਪ੍ਰਾਣ ਨਿਕਲ ਜਾਣ, ਅਸੀਂ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ। ਮਹਾਰਾਜ ਕਹਿਣ ਲੱਗੇ ਬਹੁਤ ਰੁਝੇਵੇਂ ਨੇ, ਬਹੁਤ ਕੰਮ ਨੇ ਜ਼ਰੂਰੀ ਜਾ ਕੇ ਗੁਰੂ ਘਰ ਦੇ ਕਰਨੇ ਨੇ। ਇਸ ਲਈ ਹੁਣ ਤੁਸੀਂ ਮਿਲ ਲਿਆ, ਸੇਵਾ ਕਰ ਲਈ, ਨਮਸਕਾਰ ਕਰ ਲਿਆ, ਅਸੀਸਾਂ ਨਾਲ ਝੋਲੀਆਂ ਭਰ ਲਈਆਂ, ਹੁਣ ਆਪਣੇ ਘਰ ਵਾਪਸ ਜਾਓ। ਗਮਨਤ ਮੁਰ ਮੁਰ ਪਾਛੇ ਹੇਰਤ। ਮਹਾਰਾਜ ਸੱਚੇ ਪਾਤਸ਼ਾਹ ਦੀ ਆਗਿਆ ਤਾਂ ਨਹੀਂ ਮੋੜੀ ਜਾ ਸਕਦੀ ਸੀ। ਮਹਾਰਾਜ ਖੜੇ ਨੇ, ਇਹਨਾਂ ਨੂੰ ਤੋਰ ਦਿੱਤਾ ਹੈ ਤੇ ਫਿਰ ਪਿਛਾਂ ਮੁੜ ਮੁੜ ਕੇ ਵੇਖੀ ਜਾਂਦੇ ਨੇ, ਫਿਰ ਰੁਕ ਜਾਂਦੇ ਨੇ, ਫਿਰ ਰੁਕ ਜਾਂਦੇ ਨੇ। ਤੇ ਮਹਾਰਾਜ ਮੁਸਕਰਾ ਕੇ ਹੱਥ ਉੱਚਾ ਕਰਕੇ ਕਹਿੰਦੇ ਹੁਣ ਜਾਓ, ਹੁਣ ਜਾਓ, ਅਸੀਂ ਤੁਹਾਡੇ ਨਾਲ ਹੀ ਹਾਂ, ਅਸੀਂ ਤੁਹਾਡੇ ਤੋਂ ਦੂਰ ਨਹੀਂ ਹਾਂ। ਜਿਸ ਕੈ ਹਿਰਦੈ ਪ੍ਰੀਤ ਜਨ, ਜਿਸ ਕੈ ਹਿਰਦੈ ਪ੍ਰੀਤ ਅਧਿਕਾਈ। ਬਹੁਤ ਪ੍ਰੀਤ ਹੈ ਇਹਨਾਂ ਦੇ ਹਿਰਦੇ ਵਿੱਚ, ਮੁੜ ਮੁੜ ਕੇ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹਨ। ਸਿਮਰਤ ਸਤਿਗੁਰ ਮੂਰਤ ਉਰੇ ਧਰ। ਗੁਰੂ ਪਾਤਸ਼ਾਹ ਜੀ ਦਾ ਚਿਹਰਾ, ਗੁਰੂ ਪਾਤਸ਼ਾਹ ਜੀ ਦੀ ਮੂਰਤ ਹਿਰਦੇ ਵਿੱਚ ਤੇ ਵਸਾਈ ਹੋਈ ਹੈ। ਕਰਤ ਸਰਾਹਨ ਜਨਨ ਸੁਨਾਏ। ਮਹਾਰਾਜ ਜੀ ਦੀਆਂ ਵਡਿਆਈਆਂ ਕਰ ਰਹੇ ਹਨ ਸਾਰਿਆਂ ਨੂੰ ਸੁਣਾ ਸੁਣਾ ਕੇ। ਨਹੀਂ ਗਰੀਬ ਨਿਵਾਜ ਗੁਰੂ ਸਮ। ਸਭ ਨੂੰ ਕਹਿੰਦੇ ਨੇ ਵੀ ਗੁਰੂ ਵਰਗਾ ਗਰੀਬ ਨਿਵਾਜ ਕੋਈ ਨਹੀਂ ਹੈ। ਅਮੀਰਾਂ ਨੂੰ ਤਾਂ ਸਾਰੇ ਹੀ ਨਿਵਾਜਦੇ, ਭੱਜ ਭੱਜ ਕੇ ਅੱਗੇ ਪਾਣੀ ਲੈ ਕੇ ਹੋਰ ਚੀਜ਼ਾਂ ਲੈ ਕੇ ਪਹੁੰਚਦੇ ਨੇ, ਪਰ ਗਰੀਬ ਨੂੰ ਨਿਵਾਜਣ ਵਾਲਾ ਤਾਂ ਕੋਈ ਵਿਰਲਾ ਹੀ ਹੈ। ਗਰੀਬ ਨੂੰ ਨਿਵਾਜਣ ਵਾਲਾ ਪ੍ਰਤੱਖ ਰੂਪ ਵਿੱਚ ਦੁਨੀਆ 'ਚ ਤਾਂ ਕੋਈ ਨਹੀਂ ਹੈ। ਗਰੀਬ ਨੂੰ ਨਿਵਾਜਣ ਵਾਲਾ ਗੁਰੂ ਹੀ ਹੈ, ਸਾਧ ਸੰਗਤ, ਜਾਂ ਕੋਈ ਗੁਰੂ ਨਾਲ ਜੁੜਿਆ ਹੋਇਆ ਗਰੀਬ ਨੂੰ ਨਿਵਾਜ ਦੇਵੇਗਾ। ਬਾਕੀ ਸੰਸਾਰ ਤਾਂ ਆਪਣੇ ਧੰਦਿਆਂ ਨਾਲ ਜੁੜਿਆ ਹੋਇਆ, ਸ਼ਰੀਕਾ ਕਰਦੇ ਨੇ, ਆਪਣੀ ਸ਼ਰੀਕਾਬਾਜ਼ੀ ਕਰਦੇ ਨੇ, ਵੈਰ ਵਿਰੋਧ ਕਰਦੇ ਨੇ। ਗਰੀਬ ਰਿਸ਼ਤੇਦਾਰ ਦਾ ਕੋਈ ਹਾਲ ਪੁੱਛਣ ਵਾਲਾ ਨਹੀਂ ਆਉਂਦਾ, ਪਰ ਗਰੀਬ ਨੂੰ ਨਿਵਾਜਣ ਵਾਲਾ ਅਗਰ ਤਿੰਨਾਂ ਲੋਕਾਂ 'ਚ ਕੋਈ ਹੈ ਤਾਂ ਉਹ ਗੁਰੂ ਨਾਨਕ ਨੇ, ਜਾਂ ਫਿਰ ਕੋਈ ਗੁਰੂ ਨਾਨਕ ਨਾਲ ਜੁੜਿਆ ਹੋਇਆ ਸਿੱਖ ਹੋਵੇਗਾ, ਜਿਹੜਾ ਗਰੀਬਾਂ ਨੂੰ
ਨਿਵਾਸਦਾ ਹੋਵੇਗਾ, ਹੋਰ ਕੋਈ ਦਿਖਾਈ ਨਹੀਂ ਪੈਂਦਾ। ਹਾਂਜੀ। ਦਾਸਨ ਸੁਖਦ ਰੁਪਨ ਸੋ ਦੁਖਦਾਏ। ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ਼ ਗੁਰੂ ਸਮ ਹੋਰ ਕੋਈ ਨਹੀਂ ਹੈ, ਤੇ ਦਾਸਨ ਸੁਖਦ ਰਿਪਨ ਦੁਖਦਾਏ। ਆਪਣੇ ਦਾਸਾਂ ਨੂੰ ਜਿਹੜੇ ਦਾਸ ਬਣ ਕੇ ਆਵਣ ਉਹਨਾਂ ਨੂੰ ਮਹਾਰਾਜ ਸਾਰੇ ਸੁੱਖ ਦਿੰਦੇ ਨੇ, ਪਰ ਜਿਹੜੇ ਦੁਸ਼ਮਣੀ ਕਰਕੇ ਆਉਣ, ਚੜ ਕੇ ਆਉਣ ਹੰਕਾਰ ਦੇ ਘੋੜੇ, ਉਹਨਾਂ ਨੂੰ ਮਹਾਰਾਜ ਫਿਰ ਧਰਾਸ਼ਾਹੀ ਵੀ ਕਰ ਦਿੰਦੇ। ਇਹ ਗੁਰੂ ਦਾ ਸੁਭਾਅ ਹੈਗਾ ਹੈ। ਸਾਧੂ ਰੂਪ ਚੰਦ ਕਰ ਬੰਦਨ। ਸਾਧੂ ਰੂਪ ਭਾਈ ਸਾਧੂ ਜੀ ਤੇ ਭਾਈ ਰੂਪ ਚੰਦ ਜੀ ਨਮਸਕਾਰ ਕਰਕੇ ਹਟੇ ਗੁਰੂ ਕੀ ਆਇਸ ਪਾਏ। ਇਹਦੀ ਚਰਨ ਪਕੜ ਕੇ ਦੋਵੇਂ ਪਿਤਾ ਪੁੱਤਰ ਮਹਾਰਾਜ ਦੇ ਚਰਨਾਂ ਨਾਲ ਲਿਪਟੇ ਹੋਏ ਨੇ, ਛੱਡੇ ਵੀ ਨਹੀਂ ਰਹੇ। ਇਹਨਾਂ ਦੇ ਵੀ ਨੇਤਰਾਂ ਚੋਂ ਆਂਸੂਆਂ ਦੀ ਧਾਰਾ ਵਗ ਰਹੀ। ਮਹਾਰਾਜ ਇਹਨਾਂ ਨੂੰ ਵੀ ਬਾਰ-ਬਾਰ, ਜਿਵੇਂ ਮਾਂ ਛੋਟਾ ਬੱਚਾ ਹੈ ਨਾ, ਬਾਜ਼ਾਰ ਕੋਈ ਸਮਾਨ ਲੈਣ ਵੀ ਜਾਵੇ ਤੇ ਬੱਚਾ ਘਰ ਨਹੀਂ ਰਹਿੰਦਾ, ਪਿੱਛੇ ਭੱਜਦਾ, ਤੇ ਮਾਂ ਗਲ ਲਾ ਲਾ ਕੇ ਤੇਰੇ ਲਈ ਕੀ ਲਿਆਵਾਂ, ਤੇਰੇ ਲਈ ਕੀ ਮਠਿਆਈ ਲਿਆਵਾਂ, ਕੀ ਖਿਡੌਣਾ ਲਿਆਵਾਂ, ਪਰਚਾਉਂਦੀ ਹੈ ਨਾ। ਇਸ ਤਰ੍ਹਾਂ ਇਹ ਤਾਂ ਬ੍ਰਹਮ ਗਿਆਨੀ ਨੇ, ਮਹਾਰਾਜ ਜੀ ਦੀ ਮਿਹਰ ਨਾਲ ਹੀ ਪਰਚਦੇ ਨੇ। ਭਾਈ ਰੂਪ ਚੰਦ ਜੀ ਸਾਧੂ ਰੂਪ, ਭਾਈ ਸਾਧੂ ਜੀ ਸਾਧੂ ਰੂਪ, ਭਾਈ ਰੂਪ ਚੰਦ ਜੀ, ਇਹਨਾਂ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਗਿਆ ਕੀਤੀ, ਹੁਣ ਤੁਸੀਂ ਵੀ ਜਾਓ। ਇਹ ਵੀ ਗੁਰੂ ਦੀ ਆਗਿਆ ਪਾ ਕਰਕੇ ਜਿਨ ਕੈ ਹਿਰਦੈ ਬਸੈ ਪ੍ਰਭ ਨਿਸ ਦਿਨ। ਇਹਨਾਂ ਦੇ ਹਿਰਦੇ 'ਚ ਨਿਸ ਦਿਨ ਰਾਤ ਹਰ ਵੇਲੇ ਪ੍ਰਭੂ ਗੁਰੂ ਹਰਗੋਬਿੰਦ ਸਾਹਿਬ ਵਸਦੇ ਹਨ। ਕਿਆ ਮਹਿਮਾ ਤਿਨ ਕਹੋ ਬਨਾਏ। ਭਾਈ ਸਾਹਿਬ ਕਹਿੰਦੇ ਨੇ ਭਾਈ ਰੂਪ ਚੰਦ ਜੀ ਦੀ ਤੇ ਭਾਈ ਸਾਧੂ ਜੀ ਦੀ, ਭਾਈ ਜੋਧ ਰਾਏ ਜੀ ਦੀ ਮੈਂ ਕੀ ਵਡਿਆਈ ਕਰਾਂ। ਵਾਕਈ ਸਾਧ ਸੰਗਤ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ। ਐਸੇ ਗੁਰ ਸਿੱਖਾਂ ਦੀ ਕੀ ਵਡਿਆਈ ਕਰੀਏ ਜਿਹਨੂੰ ਗੁਰੂ ਨੇ ਨਿਵਾਜ਼ ਲਿਆ ਹੋਵੇ, ਗੁਰੂ ਨੇ ਆਪਣਾ ਮਾਣ ਦਿੱਤਾ ਹੋਵੇ, ਗੁਰੂ ਨੇ ਆਪਣੇ ਨਾਮ ਦੀ ਦਾਤ ਦਿੱਤੀ ਹੋਵੇ। ਭਾਈ ਸਾਹਿਬ ਕਹਿੰਦੇ ਨੇ ਮੈਂ ਕੀ ਵਡਿਆਈ ਕਰਾਂ। ਇਹ ਵੀ ਬਚਨ ਪਾ ਕੇ ਮਹਾਰਾਜ ਜੀ ਦਾ ਪਿੱਛੇ ਆਏ ਹਨ। ਵਿਛਰਤ ਲੋਚਨ ਤੇ ਜਲ ਢਲਕਿਓ। ਇਹਨਾਂ ਦੇ ਨੇਤਰਾਂ ਚੋਂ ਵੀ ਜਲ ਧਾਰਾ ਢਲਕ ਰਹੀ ਹੈ। ਨੀਠ ਨੀਠ ਪਾਛੈ ਪਰ ਪਾਏ। ਬਹੁਤ ਹੌਲੀ ਹੌਲੀ ਪਿਛਲੇ ਪੈਰੀ ਚੱਲ ਰਹੇ ਨੇ, ਪਿੱਠ ਨਹੀਂ ਕਰ ਰਹੇ। ਮਹਾਰਾਜ ਸੱਚੇ ਪਾਤਸ਼ਾਹ ਜਾ ਰਹੇ ਨੇ, ਖੜੇ ਨੇ, ਇਹ ਪਿੱਠ ਕਰਕੇ ਨਹੀਂ ਚੱਲੇ, ਇਹ ਪਿਛਲੇ ਪੈਰੀ ਹੌਲੀ ਹੌਲੀ ਉਲਟੇ ਕਦਮ ਚੱਲ ਰਹੇ ਹਨ, ਤੇ ਬਾਰ-ਬਾਰ ਇਹਨਾਂ ਦਾ ਬੈਰਾਗ ਨਹੀਂ ਰੁਕ ਰਿਹਾ। ਪਰ ਲੋਕ ਪੀਦੇ ਕਰ ਧੀਰਜ। ਹੋਰ ਵੀ ਜਿਹੜੇ ਗੁਰਸਿੱਖ ਨੇ ਧੀਰਜ ਦੇ ਰਹੇ ਹਨ। ਕਰੇ ਹਟਾਵਨ ਤਬ ਸੁਖਦਾਏ। ਸੁੱਖਾਂ ਦੇ ਦਾਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਕੀ ਲੋਕਾਂ ਨੂੰ ਵੀ ਧੀਰਜ ਦੇ ਕੇ ਹਟਾਇਆ ਹੈ, ਪਿੱਛੇ ਭੇਜਿਆ ਹੈ। ਗਮਨੇ ਪੰਥ ਬਜਤ ਵੱਡ ਦੁੰਦਬ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਨਾਂ ਸਾਰਿਆਂ ਨੂੰ ਪਹਿਲੇ ਤੋਰ ਦਿੱਤਾ ਵੀ ਅਸੀਂ ਤੁਰੇ ਤਾਂ ਇਹਨਾਂ ਪਿੱਛੇ ਆ ਜਾਣ। ਤੇ ਮਹਾਰਾਜ ਜਦੋਂ ਫਿਰ ਮੁੜ ਮੁੜ ਕੇ ਦੇਖਦੇ ਨੇ, ਉਲਟੇ ਕਦਮ ਚੱਲਦੇ ਨੇ, ਤੇ ਮਹਾਰਾਜ ਹੱਥ ਨਾਲ ਫਿਰ ਇਸ਼ਾਰਾ ਕਰਦੇ ਨੇ, ਜਾਓ ਜਾਓ ਜਾਓ, ਗੁਰੂ ਦੀਆਂ ਖੁਸ਼ੀਆਂ। ਫਿਰ ਇਹ ਕਾਫੀ ਦੂਰ ਚਲੇ ਗਏ, ਤੇ ਮਹਾਰਾਜ ਸੱਚੇ ਪਾਤਸ਼ਾਹ ਦਾ ਫਿਰ ਅੱਗੇ ਨਗਾਰਾ ਵੱਜਿਆ ਤੇ ਚੱਲੇ ਹਨ। ਚਮੂ ਚਲਤ ਨਭ ਧੂਲ ਉਡੰਤ। ਉਹ ਚੱਲ ਰਹੀ ਹੈ ਤੇ ਆਸਮਾਨ ਤੱਕ ਧੂੜ ਪਹੁੰਚਦੀ ਹੈ। ਕਿਤਕ ਕੋਸ ਚਲ ਸ੍ਰੀ ਹਰਿ ਗੋਬਿੰਦ। ਕਈ ਕੋ ਚੱਲ ਕੇ ਮਹਿਮਾ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਡੇਰਾ ਕਰ ਨਿਸਕਿਨ ਬਿਤੰਤ। ਰਾਤ ਹੋ ਗਈ ਸੀ, ਫਿਰ ਉੱਥੇ ਮਹਾਰਾਜ ਜੀ ਨੇ ਇੱਕ ਜਗ੍ਹਾ ਡੇਰਾ ਕੀਤਾ ਹੈ। ਖਿਲਤ ਅਖੇਰ ਚਲਤ ਚਿਤ ਪਾਵਤ। ਅਖੇੜ ਬਿਰਤ ਕਰਦੇ ਹੋਏ, ਮਨ ਭਾਉਂਦੇ ਅਖੇੜ ਬਿਰਤ ਕਰਦੇ ਹੋਏ ਚੱਲ ਰਹੇ ਹਨ। ਸਨੇ ਸਨੇ ਮਗ ਸ੍ਰੀ ਭਗਵੰਤ। ਸ੍ਰੀ ਭਗਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਮਿਲੇ ਆਏ ਨਰ ਆਰਪ ਉਪਾਇਨ। ਬਹੁਤ ਸਾਰੇ ਸਿੱਖ ਸੇਵਕ ਮਹਾਰਾਜ ਜੀ ਨੂੰ ਭੇਟਾਵਾਂ ਲੈ ਕੇ ਮਿਲ ਰਹੇ ਹਨ। ਬੰਦੈ ਚਰਨ ਕਮਲ ਸੁਖਵੰਤ। ਸੁਖ ਦੇਣ ਵਾਲੇ ਚਰਨ ਕਮਲਾਂ ਨੂੰ ਨਮਸਕਾਰਾਂ ਕਰ ਰਹੇ ਹਨ। ਗਮਨੈ ਇਮ ਸੁਖੇਨ ਸ੍ਰੀ ਸਤ ਗੁਰ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਸੁਖ ਨਾਲ
ਇੱਕ ਅਸਥਾਨ ਆਪ ਪਹੁੰਚੇ ਹਨ ਜਿਸ ਦਾ ਨਾਮ ਗੁੱਜਰਵਾਲ ਗ੍ਰਾਮ ਕੋ ਆਏ। ਗੁੱਜਰਵਾਲ ਅੱਜ ਕੱਲ ਇਹ ਨਗਰ ਜ਼ਿਲ੍ਹਾ ਲੁਧਿਆਣਾ ਵਿੱਚ ਹੈ। ਗੁੱਜਰਵਾਲ ਗਰੇਵਾਲ ਪਰਿਵਾਰ ਇੱਥੇ ਰਹਿੰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਆ ਪਹੁੰਚੇ ਹਨ। ਸੁਭ ਸਥਾਨ ਪਿਖ ਸਿਵਰ ਕਰਿਓ ਤਹਿ। ਸੋਹਣਾ ਥਾਂ ਵੇਖ ਕੇ ਮਹਾਰਾਜ ਜੀ ਨੇ ਬਾਰ-ਬਾਰ ਡੇਰਾ ਕਰ ਲਿਆ। ਤੇਰੀ ਸੈਨਾ ਮਿਸਲ ਬਣਾਏ। ਜਥੇ ਬਣਾ ਕੇ ਸੈਨਾ ਨੇ ਵੀ ਖੇਮੇ ਲਗਾ ਲਏ। ਸ੍ਰੀ ਹਰਿ ਗੋਬਿੰਦ ਫਰਸ ਕਰਾਏ। ਮਹਾਰਾਜ ਜੀ ਦੇ ਬਿਰਾਜਣ ਲਈ ਸੋਹਣੇ ਫਰਸ਼ ਵਿਛਾ ਦਿੱਤੇ। ਸਾਮਿਆਨੇ ਲੱਗ ਗਏ। ਬੈਠ ਗਏ ਜੁਤ ਨਰ ਸਮੁਦਾਇ। ਆਪਣੇ ਸਿੰਘਾਸਣ ਤੇ ਮਹਾਰਾਜ ਜੀ ਬਿਰਾਜ ਗਏ ਹਨ। ਬਹੁਤ ਸਾਰੀਆਂ ਸੰਗਤਾਂ ਨਾਲ ਹਨ। ਨਿਕਟ ਨਿਕਟ ਕੇ ਗ੍ਰਾਮ ਸੁਨੀ ਸੁਧ। ਜਦੋਂ ਲਾਗੇ ਲਾਗੇ ਦੇ ਪਿੰਡਾਂ ਨੂੰ ਪਤਾ ਚੱਲਿਆ ਲਏ ਉਪਾਇਨ ਕੋ ਦਰਸਾਏ। ਗੁਰੂ ਸਰ ਸੁਧਾਰ ਆਦਿਕ ਦੇ ਪਿੰਡਾਂ ਵਿੱਚ ਪਤਾ ਚੱਲਿਆ ਵੀ ਮਹਾਰਾਜ ਜੀ ਇੱਥੇ ਆਏ ਨੇ, ਗੁਜਰਵਾਲ ਆ ਪਹੁੰਚੇ ਹਨ। ਤਾਂ ਸੰਗਤਾਂ ਸਾਰੀਆਂ ਸ੍ਰੀ ਗੰਗਾ ਕਰ ਮੈਂ ਪੀ ਪ੍ਰਾਪਤ। ਸਾਰਿਆਂ ਵਿੱਚ ਚਾਹ ਚੜ ਗਿਆ ਵੀ ਇਹ ਤਾਂ ਘਰ ਹੀ ਗੰਗਾ ਆ ਗਈ। ਮਹਾਰਾਜ ਜੀ ਦੇ ਚਰਨਾਂ ਦੀ ਗੰਗਾ ਘਰ ਹੀ ਆ ਗਈ। ਤੇ ਸਭ ਇਹਦੇ ਵਿੱਚ ਇਸ਼ਨਾਨ ਕਰ ਪਾਵਨ ਹੋ ਜਾਈਏ ਦਰਸ਼ਨ ਕਰਕੇ। ਮੈਂ ਕਹਿ ਆਵਤ ਮੋਦ ਉਪਾਏ। ਇਸ ਤਰ੍ਹਾਂ ਖੁਸ਼ ਹੋ ਕੇ ਸਾਰੇ ਆ ਰਹੇ ਹਨ। ਕਿਤਕ ਹੋਤ ਸਿੱਖ ਨਵੇਂ ਦਰਸ ਕਰ। ਕੁਝ ਮਹਾਰਾਜ ਜੀ ਦਾ ਦਰਸ਼ਨ ਕਰਕੇ ਨਵੇਂ ਸਿੱਖ ਵੀ ਸਜ ਰਹੇ ਹਨ। ਕਿਤਕ ਪ੍ਰਥਮ ਕੇ ਪਹੁੰਚੈ ਤਾਏ। ਔਰ ਇਸ ਤਰ੍ਹਾਂ ਦੇ ਨਾਲ ਕਹਿੰਦੇ ਨੇ ਵੀ ਪਹਿਲਾਂ ਤੋਂ ਪਹਿਲਾਂ ਪਹੁੰਚ ਜਾਈਏ ਤੇ ਚਰਨਾ ਅੰਮ੍ਰਿਤ ਲੈ ਲਵੀਏ। ਰਹਿਤ ਪੀਰ ਨਿਤ ਸੰਗਤ ਕੀ ਬਹੁ। ਬਹੁਤ ਵੱਡਾ ਇਕੱਠ ਸੰਗਤ ਦਾ ਨਾਲ ਹੀ ਰਹਿੰਦਾ ਹੈ। ਦਰਸੈ ਬਿਨੈ ਕਰੈ ਬਰ ਪਾਏ। ਦਰਸ਼ਨ ਕਰਦੇ ਹਨ, ਬੇਨਤੀਆਂ ਕਰਦੇ ਨੇ ਤੇ ਮਹਾਰਾਜ ਕੋਲੋਂ ਵਰਦਾਨ ਪ੍ਰਾਪਤ ਕਰਦੇ ਹਨ। ਅੰਨ ਦੁਗਦ ਦਦ ਦਰਬ ਦੁਕੂਲਨ। ਕੋਈ ਅੰਨ, ਕੋਈ ਦੁੱਧ, ਕੋਈ ਦਹੀਂ, ਕੋਈ ਧਨ, ਕੋਈ ਕੱਪੜੇ ਆਦਿਕ। ਤੁਰੰਗ ਸ਼ਾਸਤਰ ਹਿਤ ਚੈ ਅਰ ਪਾਏ। ਕੋਈ ਘੋੜੇ ਤੇ ਕੋਈ ਸ਼ਸਤਰ ਮਹਾਰਾਜ ਨੂੰ ਭੇਟਾ ਕਰਦਾ ਹੈ। ਮਹਾਰਾਜ ਦਾ ਬਚਨ ਸੀ ਬਈ ਭਾਵੇਂ ਭੇਟਾ ਸੰਗਤ ਕਰਦੀ ਹੈ ਸਾਰੀ ਪ੍ਰਵਾਨ, ਪਰ ਸਾਡੀ ਖੁਸ਼ੀ ਉਸ ਤੇ ਵਿਸ਼ੇਸ਼ ਹੋਵੇਗੀ ਜੋ ਚੰਗਾ ਘੋੜਾ, ਚੰਗਾ ਸ਼ਸਤਰ ਤੇ ਚੰਗੀ ਜਵਾਨੀ ਭੇਟਾ ਕਰੇ। ਇਸ ਤਰ੍ਹਾਂ ਮਹਾਰਾਜ ਦੀਆਂ ਖੁਸ਼ੀਆਂ ਲਈ ਜਿਨ੍ਹਾਂ ਕੋਲ ਘੋੜੇ ਨੇ ਉਹ ਘੋੜੇ ਭੇਟਾ ਕਰ ਰਹੇ ਹਨ, ਸ਼ਸਤਰ ਭੇਟਾ ਕਰ ਰਹੇ ਹਨ। ਤੈ ਕੋ ਰਾਹਕ ਵਧਿਓ ਤੋ ਬਹੁ। ਉਸ ਨਗਰ ਦਾ ਇੱਕ ਕਿਸਾਨ ਬਹੁਤ ਫਲਿਆ ਫੁੱਲਿਆ ਸੀ। ਸੁਨੀ ਤਾਹੀਂ ਸੁਧ ਗੁਰ ਭਗਵਾਨ। ਉਹਨੂੰ ਵੀ ਪਤਾ ਚੱਲਿਆ ਵੀ ਸ੍ਰੀ ਭਗਵਾਨ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਹਨ। ਡੇਰਾ ਕਰਿਓ ਆਨ ਕਰਵਾ। ਤੇ ਮਹਾਰਾਜ ਜੀ ਨੇ ਬਾਰ-ਬਾਰ ਟਿਕਾਣਾ ਕੀਤਾ ਹੋਇਆ ਹੈ। ਹਰਖ ਹਿਰਦੈ ਉਪਜਾਏ ਮਹਾਨ। ਉਹਦੇ ਹਿਰਦੇ 'ਚ ਵੀ ਬੜਾ ਚਾਅ ਚੜਿਆ। ਪਿਛਲੇ ਪਹਿਰ ਦਿਵਸ ਕੋ ਆਇਓ। ਦਿਨ ਦੇ ਪਿਛਲੇ ਪਹਿਰ ਆ ਪਹੁੰਚਿਆ। ਨਰਗਨ ਸੰਗ ਲੀਏ ਸਵਧਾਨ। ਬਹੁਤ ਸਾਰੇ ਉਹਨੇ ਆਪਣੇ ਸੈਨਿਕ, ਨਰਗਨ, ਬਹੁਤ ਸਾਰੇ ਮਨੁੱਖ ਨਾਲ ਲਏ ਹੋਏ ਹਨ। ਅਧਿਕ ਉਪਾਇਨ ਅਰਪਨ ਕੇ। ਕਾਫੀ ਸਾਰੀਆਂ ਭੇਟਾਵਾਂ ਕਰਨ ਵਾਸਤੇ ਲਿਆਏ ਸਦਨ ਤੇ ਰੁਚ ਕੋ ਠਾਨ। ਆਪਣੇ ਭਲੇ ਵਾਸਤੇ ਮਹਾਰਾਜ ਜੀ ਨੂੰ ਭੇਟਾ ਕਰਨ ਲਈ ਪ੍ਰੇਮ ਨਾਲੇ ਵੀ ਪਹੁੰਚਿਆ। ਹੁਣ ਅਗਲੀ ਜਿਹੜੀ ਵਿਚਾਰ ਹੈ ਨਾ, ਕੱਲ ਆਪ ਸਰਵਣ ਕਰੋਗੇ। ਅੱਜ ਬੜੀ ਇਕਾਗਰਤਾ ਤੇ ਪ੍ਰੇਮ ਸਹਿਤ ਆਪ ਨੇ ਸਰਵਣ ਕੀਤਾ ਹੈ। ਸਾਰਿਆਂ ਦਾ ਹਾਰਦਿਕ ਤੌਰ ਤੇ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ ਜ਼ਰੂਰ ਨਿਮਾਣੇ ਸੇਵਕਾਂ ਦੀ ਝੋਲੀ ਵਿੱਚ ਪਾ ਦੇਣਾ। ਕੱਲ ਸਵਾਸਥ ਜ਼ਿਆਦਾ ਖਰਾਬ ਸੀ, ਪਰ ਆਪ ਜੀ ਦੀ ਅਰਦਾਸ ਨੇ ਮਿਹਰ ਕੀਤੀ ਹੈ। ਗੁਰੂ ਪਾਤਸ਼ਾਹ ਜੀ ਨੇ ਆਪ ਜੀ ਦੀ ਅਰਦਾਸ ਸਦਕਾ ਕੋਈ 80% ਤੋਂ ਜ਼ਿਆਦਾ ਅੱਜ ਸਿਹਤ ਠੀਕ ਹੈ। ਜਥੇਦਾਰ ਅਵਤਾਰ ਸਿੰਘ ਜੀ ਹਿੱਤ, ਮੁੱਖ ਸੇਵਾਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਉਹਨਾਂ ਵੀ ਕਿਹਾ ਵੀ ਅੱਜ ਮੈਂ ਵੀ ਠੀਕ। ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰੀ ਹੋਰ ਅਰਦਾਸ ਕਰ ਦੇਣਾ। ਮਹਾਰਾਜ ਸੱਚੇ ਪਾਤਸ਼ਾਹ ਚੰਗੀ ਤਰ੍ਹਾਂ ਦੇਹ ਅਰੋਗਤਾ ਬਖਸ਼ਣ ਤੇ ਆਪਣੀ ਮਹਾਨ ਅਜ਼ੀਮੁਲ ਸ਼ਾਨ ਸੇਵਾ ਦੇ ਬਲ ਬਖਸ਼ਣ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ ਹੈ। 15 ਤਾਰੀਖ ਤੇ 16 ਤਾਰੀਖ 2 ਦਿਨ ਦੇ ਸਮਾਗਮ
ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਸੱਦਾ ਪੱਤਰ ਸਮਾਗਮ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੁੰਦਿਆਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 356 ਸਾਲਾ ਪ੍ਰਕਾਸ਼ ਦਿਵਸ ਨੂੰ ਸਮਰਪਿਤ ਹੁੰਦਿਆਂ ਪੋਹ ਸੁਦੀ 7ਵੀਂ ਦੇ ਮਹਾਨ ਸਮਾਗਮ ਜੋ ਪਟਨਾ ਸਾਹਿਬ ਵਿਖੇ ਰੱਖੇ ਗਏ ਹਨ, ਉਹਨਾਂ ਦਾ ਸੱਦਾ ਦੇਣ ਵਾਸਤੇ ਪਹਿਲੇ ਕਾਨਪੁਰ ਵੱਡੇ ਸਮਾਗਮ ਹੋਏ ਹਨ ਔਰ ਹੁਣ 15 ਤੇ 16 ਅਕਤੂਬਰ ਸਮਾਗਮ ਇੰਦੌਰ ਵਿਖੇ ਰੱਖੇ ਗਏ ਹਨ। ਸੰਗਤਾਂ ਜਿਹੜੀਆਂ ਨੇ ਵੱਧ ਚੜ੍ਹ ਕੇ ਜੋ ਲਾਗੇ ਖੰਡਵਾ ਹੈ, ਸਨਾਵਦ ਹੈ, ਬੜਵਾ ਹੈ, ਝਿਰਨੀਆਂ, ਖਿੜਕੀਆਂ ਔਰ ਇਸ ਤਰ੍ਹਾਂ ਦੇ ਨਾਲ ਮਹਾਰਾਜ ਜੀ ਦਾ ਬਹਿਰਾਮਪੁਰ ਹੈ, ਇਹ ਸਾਰੀਆਂ ਸੰਗਤਾਂ ਜਿਹੜੀਆਂ ਨੇ ਉਹ ਇੰਦੌਰ ਸਮਾਗਮਾਂ ਵਿੱਚ ਪਹੁੰਚਣ। ਰਤਲਾਮ ਹੈ, ਉਜੈਨ ਹੈ, ਇਹ ਸਾਰੇ ਇਲਾਕੇ ਦੀਆਂ ਸੰਗਤਾਂ ਜ਼ਰੂਰ ਉਸ ਵਿੱਚ ਦਾਸ ਵੀ ਹਾਜ਼ਰੀ ਭਰਨਗੇ ਔਰ ਜਥੇਦਾਰ ਅਵਤਾਰ ਸਿੰਘ ਜੀ ਹਿੱਤ ਮੁੱਖ ਸੇਵਾਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਰਦਾਰ ਇੰਦਰਜੀਤ ਸਿੰਘ ਜੀ ਟਾਟਾ ਨਗਰ ਜਨਰਲ ਸਕੱਤਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਸਰਦਾਰ ਹਰਬੰਸ ਸਿੰਘ ਜੀ ਖਨੂਜਾ ਸਕੱਤਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਭਾਈ ਸੂਰਜ ਸਿੰਘ ਜੀ ਨਲਵਾ ਪ੍ਰਧਾਨ SGPC ਬਿਹਾਰ, ਇਹ ਸਾਰੀਆਂ ਸ਼ਖਸੀਅਤਾਂ ਦੇ ਨਾਲ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ, ਬਹੁਤ ਹੀ ਕੌਮ ਦਾ ਸੁਭਾਗ ਹੋਵੇ ਤਾਂ ਐਸੇ ਹਾਈਲੀ ਕੁਆਲੀਫਾਈਡ ਜਿਹੜੇ ਨੇ ਕੌਮ ਨੂੰ ਜਥੇਦਾਰ ਪ੍ਰਾਪਤ ਹੁੰਦੇ ਹਨ। ਸ੍ਰੀ ਮਾਨ ਸਿੰਘ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਚੇਚੇ ਤੌਰ 'ਤੇ ਇਹਨਾਂ ਸਮਾਗਮਾਂ ਵਿੱਚ ਇੰਦੌਰ ਪਹੁੰਚ ਰਹੇ ਹਨ। ਕੱਲ੍ਹ ਵੀ ਅਨਾਊਂਸ ਕਰ ਦਿੱਤਾ ਜਾਏਗਾ। ਇਸ ਵੇਲੇ ਇੰਨੇ ਹੀ ਬਚਨ ਪ੍ਰਵਾਨ ਕਰਨਾ, ਬਾਰੰਬਾਰ ਫਿਰ ਤੋਂ ਸਭ ਦਾ ਹਾਰਦਿਕ ਤੌਰ 'ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ, ਦਸਤਬਸਤਾ ਗੁਰੂ ਫਤਿਹ ਦੀ ਦਾਤ ਆਪਣੀ ਝੋਲੀ 'ਚ ਪਾਉਣੀ ਹੈ। ਪੇਸ਼ਤਰ 2 ਮਿੰਟ ਹਰ ਰੋਜ਼ ਦੀ ਤਰ੍ਹਾਂ ਮਹਾਮੰਤਰ ਗੁਰਮੰਤਰ ਦੇ ਜਾਪ ਨਾਲ ਜੁੜੀਏ, ਫਿਰ ਅਰਦਾਸ ਤੇ ਖਿਮਾ ਪ੍ਰਾਰਥੀ ਹੋਵਾਂਗੇ। ਕੋਈ ਰਸਨਾ ਵਾਂਝੀ ਨਾ ਰਹੇ, ਸਾਰੇ ਉੱਚੀ ਆਵਾਜ਼ ਵਿੱਚ ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।